ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਮਨਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਤਾਬ ਡਾਕਟਰ ਅੰਬੇਡਕਰ ਸਿੱਖ ਕਿਉਂ ਨਾ ਬਣ ਸਕੇ, ਭਾਗ 9ਵਾਂ, ਪੰਨਾ ਨੰਬਰ 187। ਮਹਾਤਮਾ ਗਾਂਧੀ ਜੀ ਦੀ ਇੱਕ ਵੱਡੀ ਗਲਤੀ। ਦਲਿਤ ਜਾਤੀਆਂ ਦੇ ਲੋਕਾਂ ਨੂੰ ਸਿੱਖ ਧਰਮ ਵਿੱਚ ਸ਼ਾਮਲ ਹੋਣ ਤੋਂ ਰੋਕ ਕੇ ਮਹਾਤਮਾ ਗਾਂਧੀ ਜੀ ਨੇ ਬਹੁਤ ਵੱਡੀ ਗਲਤੀ ਕੀਤੀ। ਹਿੰਦੂ ਮਹਾਸਭਾ ਦੀ ਤਜਵੀਜ਼ ਸੀ ਕਿ ਦਲਿਤ ਜਾਤੀਆਂ ਵਿੱਚੋਂ ਨਵੇਂ ਬਣੇ ਸਿੱਖ ਸ਼ਡਿਊਲ ਜਾਤੀਆਂ ਵਿੱਚ ਸ਼ਾਮਲ ਰਹਿਣ ਅਤੇ ਦਲਿਤ ਜਾਤੀਆਂ ਪੂਨਾ ਪੈਕਟ ਰਾਹੀਂ ਮਿਲੇ ਅਧਿਕਾਰਾਂ ਤੋਂ ਲਾਭ ਉਠਾਉਣ। ਇਸ ਤਜਵੀਜ਼ ਦੀ ਮਹਾਤਮਾ ਗਾਂਧੀ ਜੀ ਦੇ ਧੜੇ ਨੇ ਮੁਖਾਲਫਤ ਕੀਤੀ ਅਤੇ ਕਿਹਾ, ਜੇ ਸਾਰੇ ਅਛੂਤ ਸਿੱਖ ਬਣ ਜਾਣ ਤਾਂ ਪੰਜਾਬ ਵਾਂਗ ਹਰ ਥਾਂ ਸਿੱਖ, ਹਿੰਦੂ, ਮੁਸਲਮਾਨ ਦਾ ਸਵਾਲ ਖੜਾ ਹੋ ਜਾਵੇਗਾ ਆਦਿ। ਇਸ ਦੇ ਉਲਟ ਡਾਕਟਰ ਅੰਬੇਡਕਰ ਤੇ ਹਿੰਦੂ ਮਹਾਸਭਾ ਇਸ ਵਿਚਾਰ ਦੇ ਸਨ ਕਿ ਅਛੂਤ ਸਿੱਖ ਬਣ ਕੇ ਦੇਸ਼ ਦੀ ਕਿਸਮਤ ਬਣਾਉਣ ਵਿੱਚ ਸਹਾਈ ਹੋਣਗੇ ਅਤੇ ਇਸ ਲਈ ਦੇਸ਼ ਦੇ ਭਲੇ ਤੇ ਉੱਨਤੀ ਲਈ ਜੇ ਅਛੂਤ ਕੋਈ ਧਰਮ ਧਾਰਨ ਕਰਨਾ ਚਾਹੁੰਦੇ ਹਨ ਤਾਂ ਉਹ ਸਿੱਖ ਬਣ ਜਾਣ। ਹਿੰਦੂ ਮਹਾਸਭਾ ਦੀ ਤਜਵੀਜ਼ ਸੀ ਕਿ ਪੂਨਾ ਪੈਕਟ ਹੇਠ ਜੋ ਹਿੰਦੂ ਅਛੂਤਾਂ ਨੂੰ ਹੱਕ ਹਾਸਲ ਸਨ ਉਹ ਉਹਨਾਂ ਵਿੱਚੋਂ ਸਿੱਖ ਬਣਨ ਵਾਲਿਆਂ ਨੂੰ ਵੀ ਹੋਵਨ। ਇਹ ਕੌਮ ਦੇ ਫਿਰਕਿਆਂ ਵਿੱਚੋਂ ਵਿਤਕਰਾ ਖਤਮ ਕਰਕੇ ਕੌਮੀ ਏਕਤਾ ਕਰਨ ਵਾਲੀ ਸੋਹਣੀ ਤਜਵੀਜ਼ ਸੀ। ਮਹਾਤਮਾ ਗਾਂਧੀ ਜੀ ਇਸ ਤਜਵੀਜ਼ ਨਾਲ ਮੁਤਫਿਕ ਨਾ ਹੋਏ ਅਤੇ ਦਲਿਤ ਜਾਤੀਆਂ ਵਿੱਚੋਂ ਸਜੇ ਸਿੱਖਾਂ ਨੂੰ ਉਹ ਅਧਿਕਾਰ ਦੇਣੇ ਨਾ ਮੰਨੇ ਜੋ ਹਿੰਦੂ ਅਛੂਤਾਂ ਨੂੰ ਹਾਸਲ ਸਨ। ਇੰਜ ਮਹਾਤਮਾ ਗਾਂਧੀ ਜੀ ਨੇ ਅਛੂਤਾਂ ਨੂੰ ਰਾਜਸੀ ਲੋਭ, ਲਾਲਚ ਤੇ ਡਰ ਦੇ ਕੇ ਉਹਨਾਂ ਨੂੰ ਹਿੰਦੂ ਧਰਮ ਨੂੰ ਤਿਆਗ ਕੇ ਸਿੱਖ ਬਣਨ ਤੋਂ ਰੋਕ ਲਿਆ ਸੀ। ਪਰ ਇਸ ਨਾਲ ਹਿੰਦੂ ਧਰਮ ਦੇ ਖਿਲਾਫ ਨਫ਼ਰਤ ਦੀ ਪ੍ਰਚੰਡ ਅੱਗ ਅਛੂਤਾਂ ਦੇ ਮਨਾਂ ਵਿੱਚੋਂ ਘੱਟ ਨਾ ਹੋਈ ਅਤੇ ਇਹ ਨਫ਼ਰਤ ਤੇ ਗੁੱਸੇ ਦੀ ਅੱਗ ਦੇਸ਼ ਤੇ ਕੌਮ ਨੂੰ ਭਸਮ ਕਰ ਰਹੀ ਹੈ। ਇਹ ਦਰਾਵੜ ਕਾਜ਼ਗਾਮ ਦੇ ਮੌਜੂਦਾ ਰਵੱਈਏ ਤੋਂ ਦਿਖ ਰਿਹਾ ਹੈ। ਕਾਸ਼ ਜੇ ਮਹਾਤਮਾ ਗਾਂਧੀ ਜੀ ਦੱਖਣ ਵਿੱਚ ਵਸਦੇ, ਇਹਨਾਂ ਲੋਕਾਂ ਨੂੰ ਸਿੱਖ ਬਣਨ ਦਿੰਦੇ ਤਾਂ ਇਹ ਲੋਕ ਡਾਕਟਰ ਅੰਬੇਡਕਰ ਦੇ ਲਫ਼ਜ਼ਾਂ ਵਿੱਚ ਦੇਸ਼ ਦੀ ਕਿਸਮਤ ਬਣਾਉਣ ਵਿੱਚ ਸਹਾਈ ਹੁੰਦੇ। ਇਸ ਦੇ ਨਾਲ ਦਲਿਤ ਜਾਤੀਆਂ ਦੇ ਲੋਕ ਮੌਜੂਦਾ ਦਰਾਵੜ ਕਾਜ਼ਗਾਮ ਆਪ ਵੀ ਉੱਚੇ ਹੁੰਦੇ ਅਤੇ ਦੇਸ਼ ਨੂੰ ਵੀ ਉੱਚਾ ਕਰਦੇ। ਪਰ ਗਾਂਧੀ ਜੀ ਦੇ ਵਿਰੋਧ ਨੇ ਦਲਿਤ ਜਾਤੀਆਂ ਦੇ ਲੋਕਾਂ ਨੂੰ ਸਿੱਖ ਧਰਮ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ। ਹਾਲਾਤ ਨੂੰ ਉਦੋਂ ਮਾਸਟਰ ਤਾਰਾ ਸਿੰਘ ਜੀ ਨੇ ਠੀਕ ਅਨੁਭਵ ਕਰਕੇ ਦੱਖਣ ਦੀਆਂ ਦਲਿਤ ਜਾਤੀਆਂ ਦੇ ਲੋਕਾਂ ਨੂੰ ਠੀਕ ਮਸ਼ਵਰਾ ਦਿੱਤਾ ਸੀ, ਜਦਕਿ ਕੋਚੀਨ ਦਲਿਤ ਜਾਤੀਆਂ ਨੂੰ ਕਾਨਫਰੰਸ ਦੇ ਸਾਹਮਣੇ ਤਕਰੀਰ ਕਰਦਿਆਂ ਕਿਹਾ, ਤੁਹਾਡੇ ਇੱਕ ਦਿਆਨਤਦਾਰ ਤੇ ਸੱਚੇ ਆਗੂ ਨੇ ਇੱਕ ਦਿਨ ਮੈਨੂੰ ਕਿਹਾ ਕਿ ਕਿਸੇ ਹੋਰ ਧਰਮ ਵਿੱਚ ਕੇਵਲ ਉਸ ਲਈ ਜਾਣਾ ਚਾਹੁੰਦੇ ਹਨ ਕਿ ਉਹ ਨੀਚ ਤੇ ਹੰਕਾਰੀ ਉੱਚ ਜਾਤੀਆਂ ਤੋਂ ਬਦਲਾ ਲੈ ਸਕਣ। ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਇਸ ਦੇ ਜ਼ਿੰਮੇਵਾਰ ਉਹ ਹਨ ਜਿਨ੍ਹਾਂ ਨੇ ਅਜਿਹੀ ਮਾਨਸਿਕ ਅਵਸਥਾ ਨੂੰ ਪੈਦਾ ਕੀਤਾ। ਯਕੀਨੀ ਤੌਰ ਤੇ ਇਸ ਮਾਨਸਿਕ ਅਵਸਥਾ ਦਾ ਆਦਮੀ ਖੁਦਗਰਜ਼ ਨਹੀਂ, ਪਰ ਉਸ ਦੇ ਅੰਦਰ ਜੋ ਘਿਰਣਾ ਦੀ ਅੱਗ ਪ੍ਰਚੰਡ ਹੈ ਉਹ ਉਸ ਨੂੰ ਤੇ ਮੇਲ ਰੱਖਣ ਵਾਲਿਆਂ ਨੂੰ ਸਾੜ ਦੇਵੇਗੀ ਅਤੇ ਇਸ ਤਰ੍ਹਾਂ ਉਹ ਆਪਣੇ ਆਪ ਨੂੰ ਨਜ਼ਦੀਕੀਆਂ ਦਾ ਬਹੁਤ ਨੁਕਸਾਨ ਕਰਦਾ ਹੈ, ਖੁਦਗਰਜ਼ ਨਾਲੋਂ ਦੀ ਵੱਧ ਕੇ ਹਾਨੀਕਾਰਕ ਹੁੰਦਾ ਹੈ। ਮਾਸਟਰ ਜੀ ਨੇ ਫਿਰ ਕਿਹਾ, ਇਹ ਮੇਰਾ ਖਿਆਲ ਪੱਕਾ ਹੈ ਕਿ ਨਿਸ਼ਕਾਮ ਕੁਰਬਾਨੀ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਜੇ ਤੁਸੀਂ ਆਪਣੀ ਕੌਮ ਨੂੰ ਉਠਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਨਿਰਮਾਣ ਹੋਣਾ ਪਵੇਗਾ। ਜੇ ਤੁਸੀਂ ਆਪਣੀ ਕੌਮ ਲਈ ਉੱਚਾ ਜੀਵਨ ਚਾਹੁੰਦੇ ਹੋ ਤੁਹਾਨੂੰ ਇਸ ਅਦੋਗਤੀ ਦੇ ਜੀਵਨ ਨੂੰ ਤਿਆਗਣਾ ਪਵੇਗਾ। ਮਾਸਟਰ ਜੀ ਦੇ ਇਹ ਸ਼ਬਦ ਯਾਦ ਰੱਖਣਯੋਗ ਹਨ। ਜੋ ਲੋਕ ਆਪਣੀ ਕੌਮ ਦੀ ਰੂਹ ਨੂੰ ਵਧੇਰੇ ਬੋਲੀ ਦੇਣ ਵਾਲਿਆਂ ਪਾਸ ਵੇਚ ਦੇਣਾ ਚਾਹੁੰਦੇ ਹਨ ਉਹ ਆਪਣੀ ਕੌਮ ਤੇ ਮਨੁੱਖ ਜਾਤੀ ਲਈ ਬਹੁਤ ਭੈੜੇ ਸਾਬਤ ਹੋਣਗੇ। ਮੈਂ ਕਦੀ ਆਪਣੀ ਜ਼ਮੀਰ ਨਹੀਂ ਵੇਚੀ। ਮੈਂ ਕਿਹਾ ਸੀ ਕਿ ਤੁਸੀਂ ਬਾਹਰਲੀ ਸਹਾਇਤਾ ਪਰ ਨਿਰਭਰ ਨਾ ਰੱਖੋ। ਮੈਂ ਮੁੜ ਇਹੋ ਪੂਰੇ ਜ਼ੋਰ ਨਾਲ ਕਹਿੰਦਾ ਹਾਂ ਕਿ ਕਿਸੇ ਕੰਮ ਜਾਂ ਆਦਮੀ ਨੇ ਇਸ ਤਰ੍ਹਾਂ ਤਰੱਕੀ ਨਹੀਂ ਕੀਤੀ। ਸਿੱਖ ਕੌਮ ਦੀ ਮਿਸਾਲ ਦੀ ਪੈਰਵੀ ਕਰੋ। ਤੁਹਾਡੀ ਇਹ ਆਜ਼ਾਦੀ ਦੀ ਲਹਿਰ ਸਿੱਖਾਂ ਦੀ ਹਾਲਤ ਨਾਲ ਟੱਕਰਾ ਖਾਂਦੀ ਹੈ। ਦਲਿਤ ਤੇ ਦੁਖੀਆਂ ਲਈ ਕੁਰਬਾਨੀ ਕਰੋ। ਤੁਸੀਂ ਤੇ ਕੇਵਲ ਤੁਸੀਂ ਆਪਣੇ ਲੋਕਾਂ ਦੀ ਮਾਨਸਿਕ ਅਵਸਥਾ ਨੂੰ ਬਦਲ ਸਕਦੇ ਹੋ। ਨੀਚਤਾ ਭਾਵ ਨੂੰ ਦੂਰ ਕਰੋ ਤਾਂ ਤੁਸੀਂ ਉਨਾ ਹੀ ਉੱਚੇ ਹੋ ਜਾਵੋਗੇ ਜਿੰਨਾ ਕੋਈ ਹੋਰ। ਇਸ ਮਾਨਸਿਕ ਅਵਸਥਾ ਵਿੱਚ ਤਬਦੀਲੀ ਲਿਆਉਣ ਲਈ ਲਗਾਤਾਰ ਕੋਸ਼ਿਸ਼ ਤੇ ਭਾਰੀ ਕੁਰਬਾਨੀ ਦੀ ਲੋੜ ਹੈ। ਅਸੀਂ ਬਤੌਰ ਸਿੱਖ ਆਜ਼ਾਦੀ ਦੇ ਚਾਹਵਾਨਾਂ ਦੀ ਸਹਾਇਤਾ ਕਰਨਾ ਆਪਣਾ ਫਰਜ਼ ਸਮਝਦੇ ਹਾਂ। ਅਸੀਂ ਗਿਣਤੀ ਦੇ ਚਾਹਵਾਨ ਨਹੀਂ ਬਲਕਿ ਸੇਵਾ ਕਰਨ ਦੇ ਚਾਹਵਾਨ ਹਾਂ। ਇਹ ਹਾਲਾਤ ਕਹਿ ਕੇ ਮੈਂ ਆਖ ਸਕਦਾ ਹਾਂ ਕਿ ਦਲਿਤ ਜਾਤੀ ਦੇ ਲੋਕਾਂ ਨੂੰ ਸਿੱਖ ਧਰਮ ਵਿੱਚ ਸ਼ਾਮਲ ਹੋਣ ਤੋਂ ਰੋਕ ਕੇ ਮਹਾਤਮਾ ਗਾਂਧੀ ਜੀ ਨੇ ਬਹੁਤ ਵੱਡੀ ਭੁੱਲ ਕੀਤੀ ਸੀ। ਮਾਸਟਰ ਤਾਰਾ ਸਿੰਘ, ਹਵਾਲਾ ਮਾਸਟਰ ਤਾਰਾ ਸਿੰਘ ਜੀਵਨ ਤੇ ਸੰਘਰਸ਼, ਮੇਰੀਆਂ ਯਾਦਾਂ, ਪੰਨਾ 173।
ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੂੰ ਪੂਨਾ ਪੈਕਟ ਸਮਝੌਤੇ ਸਮੇਂ ਗਾਂਧੀ ਅਤੇ ਹਿੰਦੂ ਲੀਡਰਾਂ ਨੇ ਮਜਬੂਰ ਕੀਤਾ। ਇਸੇ ਹੀ ਤਰ੍ਹਾਂ ਮੂੰਜੇ ਅੰਬੇਡਕਰ ਸਮਝੌਤੇ ਦਾ ਵੀ ਇਹ ਹਾਲ ਕਰ ਦਿੱਤਾ ਗਿਆ। ਸਿੱਟਾ ਇਹ ਨਿਕਲਿਆ ਕਿ ਡਾਕਟਰ ਅੰਬੇਡਕਰ ਸਿੱਖ ਧਰਮ ਨਾ ਅਪਣਾ ਸਕੇ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ 5 ਬੰਦਿਆਂ ਨੂੰ ਆਪਣੀ ਲਿਖਤ ਵਿੱਚ ਸਿੱਖ ਨਾ ਬਣ ਸਕਣ ਲਈ ਦੋਸ਼ੀ ਠਹਿਰਾਇਆ ਹੈ। ਉਹਨਾਂ ਦੇ ਨਾਂ ਹਨ ਮਹਾਤਮਾ ਗਾਂਧੀ, ਰਾਓ ਬਹਾਦਰ MC ਰਾਜਾ, ਡਾਕਟਰ BS ਮੂੰਜੇ, ਰਾਜ ਗੋਪਾਲ ਆਚਾਰਿਆ, ਮਦਨ ਮੋਹਨ ਮਾਲਵੀਆ। ਬਾਬਾ ਸਾਹਿਬ ਭੀਮਰਾਓ ਅੰਬੇਡਕਰ ਸਿੱਖ ਧਰਮ ਨਾ ਅਪਣਾ ਸਕੇ, ਇਸ ਦਾ ਦੋਸ਼ ਸ਼੍ਰੀ ਮੋਹਨਦਾਸ ਕਰਮਚੰਦ ਗਾਂਧੀ ਉੱਪਰ ਮਾਸਟਰ ਤਾਰਾ ਸਿੰਘ ਪ੍ਰਧਾਨ ਨੇ ਆਪਣੀ ਲਿਖਤ ਵਿੱਚ ਆਇਦ ਕੀਤਾ ਹੈ। ਗਾਂਧੀ ਹੀ ਮੁੱਖ ਦੋਸ਼ੀ ਸੀ ਤੇ ਹੈ। ਮਲ ਸਿੰਘ। ਅੰਤਿਕਾ। ਸਰਦਾਰ ਕਪੂਰ ਸਿੰਘ ਦੀ ਪੁਸਤਕ ਸਾਚੀ ਸਾਖੀ ਦੀ ਲਿਖਤ ਵਿੱਚੋਂ ਤੇ ਹਥਲੀ ਪੁਸਤਕ ਦੇ ਲੇਖਕ ਵੱਲੋਂ ਟਿੱਪਣੀਆਂ। ਪਹਿਲਾ, 1935-36 ਦੀ ਗੱਲ ਹੈ ਕਿ ਡਾਕਟਰ ਅੰਬੇਡਕਰ ਹਿੰਦੁਸਤਾਨ ਦੇ 6 ਕਰੋੜ ਅਛੂਤਾਂ ਦੇ ਪ੍ਰਮਾਣਿਕ ਨੇਤਾ ਨੇ ਇਹ ਸਪਸ਼ਟ ਤੇ ਖੁੱਲ੍ਹੀ ਇੱਛਾ ਪ੍ਰਗਟ ਕੀਤੀ ਕਿ ਦੇਸ਼ ਦੇ ਸਾਰੇ ਅਛੂਤ ਸਿੱਖ ਬਣ ਜਾਣ ਤਾਂ ਜੋ ਜਾਤ-ਪਾਤ ਦੀ ਹਜ਼ਾਰਾਂ ਵਰ੍ਹਿਆਂ ਦੀ ਗੁਲਾਮੀ ਵਿੱਚੋਂ ਉਹਨਾਂ ਦਾ ਛੁਟਕਾਰਾ ਹੋ ਜਾਵੇ। ਇਸ ਵਿਚਾਰ ਨਾਲ ਹਿੰਦੂ ਮਹਾਸਭਾ ਦੇ ਪ੍ਰਧਾਨ ਡਾਕਟਰ ਮੂੰਜੇ ਅਤੇ ਸਨਾਤਨ ਹਿੰਦੂ ਜਗਤ ਦੇ ਪ੍ਰਸਿੱਧ ਨੇਤਾ ਪੰਡਤ ਮਾਲਵੀਆ ਜੀ ਪੂਰਨ ਤੌਰ ਤੇ ਸਹਿਮਤ ਸਨ। ਸਰਦਾਰ ਕਪੂਰ ਸਿੰਘ। ਡਾਕਟਰ ਅੰਬੇਡਕਰ ਜੀ ਦੀ ਆਪਣੀ ਲਿਖਤ ਅਨੁਸਾਰ ਡਾਕਟਰ ਮੂੰਜੇ ਤੇ ਪੰਡਤ ਮਦਨ ਮੋਹਨ ਮਾਲਵੀਆ ਪਹਿਲੋਂ ਅਛੂਤਾਂ ਦੇ ਧਰਮ ਬਦਲੀ ਕਰ ਸਿੱਖੀਜ਼ਮ ਅਪਣਾਉਣ ਲਈ ਸਹਿਮਤ ਸਨ, ਪਰ ਬਾਅਦ 'ਚ ਧੋਖਾ ਕਰ ਗਏ। ਡਾਕਟਰ ਅੰਬੇਡਕਰ ਜੀ ਤੇ ਦਲਿਤਾਂ ਦੇ ਸਿੱਖ ਨਾ ਬਣ ਸਕਣ ਦਾ ਅਸਲ ਦੋਸ਼ੀ ਇਹ ਰਾਓ ਬਹਾਦਰ MC ਰਾਜਾ, ਡਾਕਟਰ ਮੂੰਜੇ ਹੀ ਸਨ, ਜਿਨ੍ਹਾਂ ਨੇ ਧਰੋਹ ਕੀਤਾ, ਜਿਸ ਦੀ ਸਰਦਾਰ ਕਪੂਰ ਸਿੰਘ ਨੂੰ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਹੈ। ਲੇਖਕ। ਦੂਜਾ, ਡਾਕਟਰ ਅੰਬੇਡਕਰ ਅਤੇ ਇਹਨਾਂ ਹਿੰਦੂ ਲੀਡਰਾਂ ਵਿਚਕਾਰ ਜੋ ਚਿੱਠੀ ਪੱਤਰ ਇਸ ਸਮੱਸਿਆ ਦੀ ਪੂਰਤੀ ਬਾਰੇ ਚੱਲ ਰਿਹਾ ਸੀ, ਉਸ ਦੀਆਂ ਨਕਲਾਂ ਗਾਂਧੀ ਜੀ ਨੂੰ ਗਿਆਤ ਵਜੋਂ ਜਾ ਰਹੀਆਂ ਸਨ। ਜਦੋਂ ਤੱਕਿਓ ਨੇ ਕਿ ਇਹ ਸਭ ਕਾਰਜ ਹੁਣ ਸਿਰੇ ਹੀ ਚੜ੍ਹਨ ਵਾਲਾ ਹੈ, ਤਾਂ ਗਾਂਧੀ ਜੀ ਨੇ ਸ਼ਿਸ਼ਟਾਚਾਰ ਦੇ ਸਭ ਨਿਯਮਾਂ ਦੇ ਵਿਰੁੱਧ ਦੋਹਾਂ ਧਿਰਾਂ ਦੀ ਆਗਿਆ ਲਏ ਤੋਂ ਬਿਨਾਂ ਇਹ ਚਿੱਠੀ ਪੱਤਰ ਆਪਣੇ ਅਖਬਾਰ ਯੰਗ ਇੰਡੀਆ ਵਿੱਚ ਛਾਪ ਦਿੱਤਾ ਅਤੇ ਲਿਖਿਆ ਕਿ ਅਛੂਤਾਂ ਦਾ ਸਿੱਖੀ ਵਿੱਚ ਪ੍ਰਵੇਸ਼ ਹਿੰਦੂ ਧਰਮ ਤੋਂ ਪਤਿਤ ਹੋਣ ਦੇ ਤੁੱਲ ਹੈ। ਸਰਦਾਰ ਕਪੂਰ ਸਿੰਘ। MC ਰਾਜਾ ਅਤੇ ਹਿੰਦੂ ਲੀਡਰ ਗਾਂਧੀ ਜੀ ਨਾਲ ਚਿੱਠੀ ਪੱਤਰ ਜ਼ਰੂਰ ਕਰਦੇ ਰਹੇ। ਜਿੱਥੋਂ ਤੱਕ ਡਾਕਟਰ ਅੰਬੇਡਕਰ ਜੀ ਦਾ ਤਾਲੁਕ ਹੈ, ਉਹਨਾਂ ਨੇ ਮਿਸਟਰ ਗਾਂਧੀ ਨਾਲ ਫਾਰਮੂਲੇ ਤੇ ਬਿਆਨ ਬਾਰੇ ਪਹਿਲਾਂ ਕੋਈ ਲਿਖਤ ਪੜ੍ਹਤ ਨਹੀਂ ਕੀਤੀ। ਅਖਬਾਰਾਂ 'ਚ ਛਪਣ ਤੋਂ ਬਾਅਦ ਡਾਕਟਰ ਅੰਬੇਡਕਰ ਜੀ ਨੇ ਲਿਖਤੀ ਪ੍ਰਤੀਕਰਮ ਅਖਬਾਰਾਂ 'ਚ ਜ਼ਰੂਰ ਕੀਤਾ। MC ਰਾਜਾ ਨੇ ਦੋਹਾਂ ਧਿਰਾਂ ਦੀ ਇਜਾਜ਼ਤ ਤੋਂ ਬਿਨਾਂ ਚਿੱਠੀ ਪੱਤਰ ਅਖਬਾਰ 'ਚ ਛਾਇਆ ਕਰਵਾਇਆ ਤੇ ਬਾਅਦ 'ਚ ਗਾਂਧੀ ਨੇ ਯੰਗ ਇੰਡੀਆ 'ਚ ਛਾਪਿਆ, ਪਹਿਲਾਂ ਨਹੀਂ। ਲੇਖਕ। ਤੀਜਾ, ਇਸ ਤੋਂ ਪਿੱਛੋਂ ਡਾਕਟਰ ਅੰਬੇਡਕਰ ਨੇ ਸਿੱਖ ਲੀਡਰਾਂ ਨਾਲ ਇਸ ਮਹਾਨ ਕਾਰਜ ਨੂੰ ਸਿਰੇ ਚਾੜ੍ਹਨ ਲਈ ਸਿੱਧੀ ਗੱਲਬਾਤ ਆਰੰਭ ਦਿੱਤੀ ਅਤੇ ਇਹ ਗੱਲ ਦੇਸ਼ ਭਰ ਵਿੱਚ ਧੁੰਮ ਗਈ ਕਿ ਹੁਣ ਸਾਰੇ ਹਿੰਦੁਸਤਾਨ ਦੇ ਅਛੂਤ ਸਿੱਖ ਮਤ ਗ੍ਰਹਿਣ ਕਰਨ ਹੀ ਵਾਲੇ ਹਨ। ਸਰਦਾਰ ਕਪੂਰ ਸਿੰਘ। ਜਿੱਥੋਂ ਤੱਕ ਡਾਕਟਰ ਅੰਬੇਡਕਰ ਜੀ ਦੀ ਸਿੱਖ ਲੀਡਰਾਂ ਨਾਲ ਸਿੱਧੀ ਗੱਲਬਾਤ ਆਰੰਭ ਕਰਨ ਦਾ ਤਾਲੁਕ ਹੈ, ਉਪਰੋਕਤ ਗੱਲਬਾਤ ਫੇਲ ਹੋਣ ਤੋਂ ਬਹੁਤ ਪਹਿਲਾਂ ਹੀ ਨਵੰਬਰ 1935 'ਚ ਸਿੱਖ ਲੀਡਰਾਂ ਨਾਲ ਰਾਬਤਾ ਕਾਇਮ ਹੋ ਚੁੱਕਾ ਸੀ ਤੇ ਗੱਲਬਾਤ ਚੱਲ ਰਹੀ ਸੀ। ਸ਼੍ਰੀ ਨਨਕਾਣਾ ਸਾਹਿਬ ਜੀ ਵਾਲੀ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਨੇ ਡਾਕਟਰ ਅੰਬੇਡਕਰ ਜੀ ਨੂੰ ਅੰਮ੍ਰਿਤਸਰ ਸਿੱਖ ਮਿਸ਼ਨ ਕਾਨਫਰੰਸ 'ਚ ਸ਼ਾਮਲ ਹੋਣ ਲਈ ਬੁਲਾਇਆ ਅਤੇ ਡਾਕਟਰ ਅੰਬੇਡਕਰ ਜੀ ਮਿਤੀ 11 ਦਸੰਬਰ 13 ਅਪ੍ਰੈਲ 1936 ਨੂੰ ਕਾਨਫਰੰਸ 'ਚ ਸ਼ਾਮਲ ਹੋਣ ਲਈ ਦਸਤਾਰ ਸਜਾ ਕੇ ਅੰਮ੍ਰਿਤਸਰ ਪਹੁੰਚੇ ਸਨ, ਜਿਸ ਦਾ ਵੇਰਵਾ ਇਸ ਪੁਸਤਕ 'ਚ ਦਿੱਤਾ ਗਿਆ ਹੈ। ਡਾਕਟਰ ਅੰਬੇਡਕਰ ਜੀ ਦਾ ਫਾਰਮੂਲਾ ਅਤੇ ਬਿਆਨ 18/6/1936 ਤੋਂ 22/6/1936 ਦਰਮਿਆਨ ਡਾਕਟਰ ਸਾਹਿਬ ਤੇ ਡਾਕਟਰ ਮੂੰਜੇ ਨੇ ਬੈਠ ਕੇ ਤਿਆਰ ਕੀਤਾ ਸੀ ਤਾਂ ਕਿ ਹਿੰਦੂਆਂ ਦੀ ਸਹਿਮਤੀ ਨਾਲ ਇਹ ਕੰਮ ਹੋ ਜਾਵੇ। ਲੇਖਕ। ਚੌਥਾ, ਇਹੋ ਸਮਾਂ ਹੈ ਜਦੋਂ ਕਿ ਬੰਬਈ ਵਿੱਚ ਖਾਲਸਾ ਕਾਲਜ ਦੀ ਨੀਂਹ ਰੱਖੀ ਗਈ ਤਾਂ ਜੋ ਦੱਖਣੀ ਭਾਰਤ ਦੇ ਅਛੂਤਾਂ ਦਾ ਇਹ ਵਿੱਦਿਆ ਕੇਂਦਰ ਬਣ ਸਕੇ। ਸਰਦਾਰ ਕਪੂਰ ਸਿੰਘ। ਸਿੱਖ ਕਾਲਜ ਖਾਲਸਾ ਕਾਲਜ ਬੰਬਈ, ਜੋ ਡਾਕਟਰ ਅੰਬੇਡਕਰ ਜੀ ਦੇ ਕਹਿਣ ਤੇ ਸਿੱਖਾਂ ਦੀਆਂ ਉੱਪਰ ਦੱਸੀਆਂ ਕਮੇਟੀਆਂ ਨੇ ਮਾਇਆ ਖਰਚ ਕੇ 40 ਕਮਰੇ ਤਿਆਰ ਕਰਵਾਏ ਸਨ, ਜਿਸ ਬਾਰੇ ਖਬਰ ਬਹੁਤ ਬਾਅਦ 'ਚ ਬੰਬਈ ਦੇ ਅਖਬਾਰ ਕ੍ਰੋਨਿਕਲ ਮਿਤੀ 18 ਸਤੰਬਰ 1936 'ਚ ਛਪੀ। ਸੰਭਵਤਾ ਇਸ ਕਾਲਜ ਬਾਰੇ ਗੱਲਬਾਤ ਡਾਕਟਰ ਅੰਬੇਡਕਰ ਜੀ ਨਾਲ ਅੰਮ੍ਰਿਤਸਰ ਕਾਨਫਰੰਸ 'ਚ ਭਾਗ ਲੈਣ ਤੋਂ ਪਹਿਲਾਂ ਚੱਲਦੀ ਹੋਵੇਗੀ ਅਤੇ ਪੱਕਾ ਨਿਰਣਾ ਵਿਸਾਖੀ ਕਾਨਫਰੰਸ ਵਿਸਾਖੀ 1936 ਤੇ ਹੀ ਲਿਆ ਗਿਆ। ਲੇਖਕ। ਪੰਜਵਾਂ,
इस समय महाराजा भुपिंदर सिंह पटियाला नरेश ने डॉक्टर अंबेडकर के घर अपनी भैन का डोला देना तक स्वीकार कर लिया तां जो नवें बनन वाले अछूत जातियां दे सिखां दा समाजी गौरव वध जावे। कपूर सिंह डॉक्टर अंबेडकर की पहली पत्नी श्रीमती रमाबाई जी का देहांत मई 1935 में हो चुका सी। डॉक्टर अंबेडकर मिति 11, 12, 13, 14 अप्रैल 1936 ਨੂੰ ਅੰਮ੍ਰਿਤਸਰ ਸਿੱਖ ਮਿਸ਼ਨ ਕਾਨਫਰੰਸ 'ਚ ਸ਼ਾਮਲ ਹੋਏ ਤੇ ਉਹ ਪਟਿਆਲੇ ਨਹੀਂ ਗਏ। ਇਸ ਸਮੇਂ ਡਾਕਟਰ ਅੰਬੇਡਕਰ ਜੀ ਦੀ ਉਮਰ 44 ਸਾਲ ਤੋਂ ਵੱਧ ਸੀ। ਅਪ੍ਰੈਲ 15, 1948 ਨੂੰ ਮੈਰਿਜ ਐਕਟ ਅਧੀਨ ਦੂਜਾ ਵਿਆਹ ਸ਼੍ਰੀਮਤੀ ਸਵਿਤਾ ਪਹਿਲਾ ਨਾਂ ਲక్ష్ਮੀ ਕਬੀਰ ਨਾਲ ਹੋ ਚੁੱਕਾ ਸੀ। ਫਿਰ ARJLLD ਤੋਂ 29 ਅਕਤੂਬਰ 1951 ਨੂੰ ਪਟਿਆਲੇ ਗਏ ਤਾਂ ਉਹਨਾਂ ਦੀ ਉਮਰ 60 ਸਾਲ 6 ਮਹੀਨੇ ਹੋ ਚੁੱਕੀ ਸੀ। ਮਹਾਰਾਜੇ ਪਟਿਆਲੇ ਵਾਲੇ ਤੇ ਡਾਕਟਰ ਅੰਬੇਡਕਰ ਜਦ ਮਿਲੇ ਹੀ ਨਹੀਂ ਤਾਂ ਮਹਾਰਾਜੇ ਦੁਆਰਾ ਆਪਣੀ ਭੈਣ ਦਾ ਡੋਲਾ ਦੇਣ ਦੀ ਮਨ ਘੜਤ ਕਹਾਣੀ ਨੂੰ ਕੌਣ ਮੰਨ ਸਕਦਾ ਹੈ। ਡਾਕਟਰ ਅੰਬੇਡਕਰ ਦੇ 4-5 ਬੱਚੇ ਸਨ, ਵੱਡਾ ਲੜਕਾ ਜਵਾਨ ਸੀ। ਲੇਖਕ 6ਵਾਂ ਡਾਕਟਰ ਅੰਬੇਡਕਰ ਅਤੇ ਅਕਾਲੀ ਲੀਡਰਾਂ ਵਿਚਕਾਰ ਕੁਝ ਅਜਿਹੇ ਖਰਵੇ ਮਤਭੇਦ ਹੋ ਗਏ ਕਿ ਡਾਕਟਰ ਅੰਬੇਡਕਰ ਅਤੇ ਉਸਦੇ ਸਾਥੀਆਂ ਨੇ ਸਿੱਖੀ ਤੋਂ ਉਪਰਾਮਤਾ ਧਾਰਨ ਕਰ ਲਈ ਅਤੇ ਪਿੱਛੋਂ ਜਾ ਕੇ ਬੁੱਧ ਮਤ ਵਿੱਚ ਪ੍ਰਵੇਸ਼ ਕਰ ਲਿਆ। ਸਰਦਾਰ ਕਪੂਰ ਸਿੰਘ ਸ਼੍ਰੀ ਨਨਕਾਣਾ ਸਾਹਿਬ ਜੀ ਵਾਲੀ ਕਮੇਟੀ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਖਰਵੇ ਮਤ ਭੇਦ ਪੈਦਾ ਨਹੀਂ ਕੀਤੇ ਗਏ ਤੇ ਨਾ ਹੀ ਇਹਨਾਂ ਕਮੇਟੀਆਂ ਵੱਲੋਂ ਕੋਈ ਠੇਸ ਪਹੁੰਚਾਉਣ ਵਾਲਾ ਬਿਆਨ ਹੀ ਅਧਿਕਾਰਤ ਤੌਰ ਤੇ ਅਖਬਾਰਾਂ 'ਚ ਛਪਿਆ ਸੀ। ਲੇਖਕ 7ਵਾਂ ਇਹਨਾਂ ਸੱਤਰਾਂ ਦਾ ਲਿਖਾਰੀ ਸਰਦਾਰ ਕਪੂਰ ਸਿੰਘ ਸਤੰਬਰ 1964 ਈਸਵੀ ਵਿੱਚ ਇੱਕ ਦਿਨ ਚੰਡੀਗੜ੍ਹ ਹਾਈ ਕੋਰਟ ਦੀ ਬਾਰ ਦੇ ਐਸੋਸੀਏਸ਼ਨ ਰੂਮ ਵਿੱਚ ਬੈਠਾ ਸੀ ਕਿ ਇੰਦਰਾ ਸਿੰਘ ਕਰਵਾਲ ਐਡਵੋਕੇਟ ਹਾਈ ਕੋਰਟ ਨੇ ਬਹੁਤ ਸਾਰੇ ਸੱਜਣਾਂ ਦੇ ਸਾਹਮਣੇ ਇਹ ਕਥਾ ਸੁਣਾਈ ਕਿ ਉਹਨਾਂ ਦਿਨਾਂ ਵਿੱਚ ਜਦੋਂ ਕਿ ਡਾਕਟਰ ਅੰਬੇਡਕਰ ਦੇ ਅਕਾਲੀ ਲੀਡਰਾਂ ਨਾਲ ਮਤਭੇਦ ਦੇ ਕਾਰਨ ਅਛੂਤਾਂ ਨੇ ਸਿੱਖ ਮਤ ਵਿੱਚ ਦਾਖਲ ਹੋਣ ਦਾ ਖਿਆਲ ਖੁੱਲ੍ਹਮ-ਖੁੱਲ੍ਹਾ ਛੱਡ ਦਿੱਤਾ ਤਾਂ ਉਹਨਾਂ ਨੇ ਲਾਹੌਰ ਵਿੱਚ ਆਪਣੇ ਗਵਾਂਢੀ ਸਰਦਾਰ ਹਰਨਾਮ ਸਿੰਘ ਝੱਲਾ MAL LB ਐਡਵੋਕੇਟ ਹਾਈ ਕੋਰਟ ਜੋ ਕਿ ਉਸ ਸਮੇਂ ਅਕਾਲੀ ਆਗੂਆਂ ਵਿੱਚ ਸਿਰ ਕੱਢ ਸਨ ਕੋਲੋਂ ਇਸ ਦੁਰਘਟਨਾ ਦਾ ਸਹੀ ਕਾਰਨ ਪੁੱਛਿਆ ਤਾਂ ਸਰਦਾਰ ਹਰਨਾਮ ਸਿੰਘ ਝੱਲਾ ਨੇ ਉੱਤਰ ਦਿੱਤਾ, ਓਏ ਤੈਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ। 6 ਕਰੋੜ ਅਛੂਤ ਸਿੱਖ ਬਣਾ ਕੇ ਦਰਬਾਰ ਸਾਹਿਬ ਸਫਾਈ ਸੇਵਕਾਂ ਨੂੰ ਦੇ ਛੋੜਿਓ। ਇਉਂ 6 ਕਰੋੜ ਰੰਗਰੇਟੇ ਗੁਰੂ ਕੇ ਬੇਟੇ ਗੁਰੂ ਘਰ ਦੇ ਦਰ ਉੱਤੇ ਆਏ ਧੱਕੇ ਮਾਰ ਕੇ ਪਰਤਾ ਦਿੱਤੇ ਗਏ ਜਿਵੇਂ ਗੁਰੂ ਤੇਗ ਬਹਾਦਰ ਜੀ ਨੂੰ ਹਰਿਮੰਦਰ ਸਾਹਿਬ ਵਿੱਚ ਵੜਨ ਨਹੀਂ ਸੀ ਦਿੱਤਾ ਗਿਆ। ਸਰਦਾਰ ਕਪੂਰ ਸਿੰਘ ਸ਼੍ਰੀ ਨਨਕਾਣਾ ਸਾਹਿਬ ਜੀ ਦੀ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੋਹਾਂ ਚੋਂ ਕਿਸੇ ਇੱਕ ਦਾ ਵੀ ਕੋਈ ਅਧਿਕਾਰਤ ਬਿਆਨ ਨਹੀਂ ਤੇ ਨਾ ਹੀ ਇਹ ਕਮੇਟੀਆਂ ਜ਼ਿੰਮੇਵਾਰ ਸਨ ਤੇ ਇਹਨਾਂ ਕਮੇਟੀਆਂ ਨੇ ਡਾਕਟਰ ਅੰਬੇਡਕਰ ਜੀ ਦਾ ਸਨਮਾਨ ਜ਼ਰੂਰ ਕੀਤਾ। ਜੇਕਰ ਕੋਈ ਅਸਲ ਜ਼ਿੰਮੇਵਾਰ ਹੈ ਉਹ ਰਾਓ ਬਹਾਦਰ MC ਰਾਜਾ ਅਤੇ ਡਾਕਟਰ ਮੁੰਜੇ ਹੈ ਜੋ ਡਾਕਟਰ ਅੰਬੇਡਕਰ ਜੀ ਅਤੇ ਅਛੂਤਾਂ ਦੇ ਸਿੱਖੀਜ਼ਮ 'ਚ ਪ੍ਰਵੇਸ਼ ਕਰਨ ਨਾ ਦੇਣ ਲਈ ਜ਼ਿੰਮੇਵਾਰ ਬਣਿਆ ਜਿਨ੍ਹਾਂ ਨੂੰ ਅੱਜ ਤੱਕ ਲੁਕੋ ਕੇ ਰੱਖਿਆ ਗਿਆ ਹੈ। ਇੰਦਰਾ ਸਿੰਘ ਕਰਵਾਲ ਤੇ ਹਰਨਾਮ ਸਿੰਘ ਝੱਲਾ ਦੀ ਗੱਲਬਾਤ ਕੋਈ ਅਹਿਮੀਅਤ ਨਹੀਂ ਰੱਖਦੀ, ਬਾਅਦ 'ਚ ਐਵੇਂ ਜਣਾ ਖਣਾ ਬੋਲਦਾ ਫਿਰੇ ਕਿਸੇ ਦਾ ਕੀ ਦੋਸ਼। ਲੇਖਕ 8ਵਾਂ ਪਰੰਤੂ ਜੋ ਕੁਝ ਸਰਦਾਰ ਹਰਨਾਮ ਸਿੰਘ ਜੀ ਨੇ ਇੰਦਰਾ ਸਿੰਘ ਕਰਵਾਲ ਨੂੰ ਦੱਸਿਆ ਅਸਲੀਅਤ ਤੇ ਸੱਚ ਇਸ ਨਾਲੋਂ ਵੀ ਵਧੇਰੇ ਕੋਝਾ ਤੇ ਨਿੰਦਣਯੋਗ ਹੈ ਅਤੇ ਇਹਨਾਂ ਸੱਤਰਾਂ ਦਾ ਲਿਖਾਰੀ ਇਸ ਅਸਲੀਅਤ ਤੋਂ ਉਸ ਸਮੇਂ ਭਰੋਸੇਯੋਗ ਪੁੱਛਗਿੱਛ ਕਰਨ ਤੋਂ ਉਪਰੰਤ ਭਲੀ ਪ੍ਰਕਾਰ ਜਾਣੂ ਹੋ ਗਿਆ ਸੀ। ਸੰਨ 1925 ਈਸਵੀ ਵਿੱਚ ਜਦੋਂ ਗੁਰਦੁਆਰਾ ਐਕਟ ਬਣਨ ਸਮੇਂ 2 ਧੜੇ ਪਹਿਲਾ ਸਰਦਾਰ ਬਹਾਦਰ ਮਹਿਤਾਬ ਸਿੰਘ ਦਾ ਤੇ ਦੂਜਾ ਮਾਸਟਰ ਤਾਰਾ ਸਿੰਘ ਦਾ ਬਣ ਗਏ ਸਨ ਉਦੋਂ ਹੀ ਗਿਆਨੀ ਕਰਤਾਰ ਸਿੰਘ, ਮਾਸਟਰ ਤਾਰਾ ਸਿੰਘ, ਈਸ਼ਰ ਸਿੰਘ ਮਝੈਲ ਆਦਿ ਅਕਾਲੀ ਪਾਰਟੀ ਦੇ ਮੁਖੀਆਂ ਨੂੰ ਇਹ ਸਪਸ਼ਟ ਹੋ ਗਿਆ ਸੀ ਕਿ ਸਿੱਖਾਂ ਵਿੱਚ ਜੋ ਪੜ੍ਹੇ ਲਿਖੇ ਅੰਗਰੇਜ਼ੀ ਵਿੱਦਿਆ ਦੀ ਉਪਜ ਹਨ ਉਹ ਜੈਂਟਲਮੈਨਸ ਕੰਡਕਟ ਨੂੰ ਸਦਾਚਾਰ ਦੀ ਨੀਂਹ ਕਬੂਲਦੇ ਹਨ ਅਤੇ ਘਸੁੰਨ ਮੁੱਕੀ, ਗਾਲੋ ਗਾਲੀ, ਪੱਗ ਲਾਉਣ ਤੇ ਲਹਾਉਣ ਆਦਿ ਕਰਤਬਾਂ ਤੋਂ ਗਿਲਾਨੀ ਵੀ ਕਰਦੇ ਹਨ ਅਤੇ ਭੈ ਭੀਤ ਵੀ ਹਨ। ਇਹਨਾਂ ਨੂੰ ਸਿੱਖ ਸਭਾ ਸੁਸਾਇਟੀਆਂ, ਮੀਟਿੰਗਾਂ ਅਤੇ ਪੰਥਕ ਸੇਵਾ ਖੇਤਰਾਂ ਵਿੱਚੋਂ ਪੱਕੇ ਤੌਰ ਤੇ ਬਾਹਰ ਕੱਢਣ ਦਾ ਸੌਖਾ ਢੰਗ ਇਹੋ ਹੈ ਕਿ ਇਹ ਜਦੋਂ ਵੀ ਅਕਾਲੀ ਪਾਰਟੀ ਦੀ ਰੁਚੀ ਵਾਲਿਆਂ ਦੇ ਨੇੜੇ ਲੱਗਣ ਜਾਂ ਉਹਨਾਂ ਦਾ ਮੁਕਾਬਲਾ ਕਰਨ ਤਦ ਉਹਨਾਂ ਨਾਲ ਮਾਂ ਭੈਣ ਦੀ ਘਸੁੰਨ ਮੁੱਕੀ, ਹੱਥੋਂ ਪਾਈ ਆਦਿ ਸਿੰਘ ਰੀਤੀ ਦਾ ਪ੍ਰਯੋਗ ਕੀਤਾ ਜਾਵੇ। ਇਹ ਪੜ੍ਹੇ ਲਿਖੇ ਨਿਪੁੰਸਕ ਝਟਪਟ ਤੇ ਸਦਾ ਲਈ ਪੰਥ ਦਾ ਖਹਿੜਾ ਛੱਡ ਦੇਣਗੇ ਅਤੇ ਅਕਾਲੀ ਪਾਰਟੀ ਦੀ ਬਾਲਾਦਸਤੀ ਤਸਲੀਮ ਕਰ ਲੈਣਗੇ। ਸਰਦਾਰ ਕਪੂਰ ਸਿੰਘ
डॉक्टर मूंजे द्वारा डॉक्टर अंबेडकर जी का तैयार किया फार्मूला ਅਤੇ ਬਿਆਨ जिस बारे ਉੱਪਰ देख आए हाँ मिति 30/6/1936 का है। सिख कालेज बंबई मिति 20/6/1937 ਨੂੰ खुल गया। कालेज के खुलਣ तक तो कुछ भी साबित नहीं ਹੁੰਦਾ ਤੇ सरदार कपूर सिंह द्वारा लिखे दसे कारण हरनाम सिंह झल्ला ते इंदिरा सिंह करवाल की गलबात की 1964 ਵਿੱਚ आ के कोई अहमियत नहीं है। सिख लीडरां दी नीति भावें धक्कड़ होवे जां अज भी हो सकदा होवे, डॉक्टर अंबेडकर जी दे सिखिज़म अख्तियार करन दे मामले नाल 1925 ईस्वी की नीति का कोई संबंध नहीं अते ना ही मास्टर तारा सिंह इकल्ले दी कमेटी दे नहीं 81 मैंबर सन। सारे ही जिम्मेवार पढ़े लिखे ते सन्मानयोग व्यक्ति सन। इन्हां ते कोई इल्जाम नहीं आउंदा। तोड़ विछोड़े का कारण उपर दसे दोवें व्यक्ति बने। लेखक 9वां ਇਹੋ ਰਾਮਬਾਣ ਵਰਤ ਕੇ ਅਕਾਲੀ ਪਾਰਟੀ ਨੇ ਸਰਦਾਰ ਬਹਾਦਰ ਮਹਿਤਾਬ ਸਿੰਘ ਨੂੰ ਘਰ ਜਾ ਕੇ ਬੈਠਣ ਤੇ ਮਜਬੂਰ ਕੀਤਾ। ਬਾਬਾ ਖੜਕ ਸਿੰਘ ਨੂੰ ਪੰਥ ਤੋਂ ਦੂਰ ਕੀਤਾ। ਸ਼ੇਰੇ ਪੰਜਾਬ ਵਾਲੇ ਸਰਦਾਰ ਅਮਰ ਸਿੰਘ ਨੂੰ ਪਰਾਜੇ ਤੇ ਖੁਆਰ ਕੀਤਾ ਤੇ ਅੰਤ ਨੂੰ ਸਿੱਖ ਬੁੱਧੀਮਾਨਾਂ ਨੂੰ ਪੰਥ ਤੋਂ ਉਪਰਾਮ ਕੀਤਾ ਅਤੇ ਪੜ੍ਹੀ ਲਿਖੀ ਸਿੱਖਾਂ ਦੀ ਨਵੀਂ ਪਨੀਰੀ ਨੂੰ ਕਮਿਊਨਿਸਟਾਂ ਦੇ ਪੇਟੇ ਪਾਇਆ। ਸਰਦਾਰ ਕਪੂਰ ਸਿੰਘ अकाली पार्टी ने जरूर निम्न लिखे अनुसार पार्टी अंदर किया होवेगा जिवें सरदार कपूर सिंह ने लिखिया है। यह अकाली पार्टी दे अंदरला मसला है। यह बहुत पहला जां बाद दीयां गल्लां हन। डॉक्टर अंबेडकर जी नाल कोई ताल्लुक नहीं। उपरोक्त लीडरां नूं परे करन दा। साल 1936 च सब इकट्ठे सन। लेखक 10वां इहो रामबाण अथवा ब्रह्म अस्त्र चला के अकाली सूरमिਆਂ ने डॉक्टर अंबेडकर ਅਤੇ ਉਸਦੇ 6 ਕਰੋੜ ਸ਼ਰਧਾਲੂਆਂ ਨੂੰ ਸਿੱਖੀ ਤੇ ਸਿੱਖਾਂ ਤੋਂ ਉਪਰਾਮ ਤੇ ਮੁੰਤਫਰ ਕੀਤਾ। ਸਰਦਾਰ ਕਪੂਰ ਸਿੰਘ ਡਾਕਟਰ ਅੰਬੇਡਕਰ ਜੀ ਤੇ ਅਛੂਤਾਂ ਨੂੰ ਸਿੱਖੀ ਤੇ ਸਿੱਖਾਂ ਤੋਂ ਉਪਰਾਮ ਰਾਓ ਬਹਾਦਰ MC ਰਾਜਾ ਪ੍ਰਧਾਨ ਡਾਕਟਰ BS ਮੂੰਜੇ ਹਿੰਦੂ ਮਹਾਸਭਾ ਨੇ ਕੀਤਾ ਅਤੇ ਮਿਸਟਰ ਰਾਜ ਗੋਪਾਲ ਆਚਾਰੀਆ ਦੇ ਨਾਂ ਡਾਕਟਰ ਅੰਬੇਡਕਰ ਜੀ ਨੇ ਆਪਣੀ ਲਿਖਤ 'ਚ ਨਾਮਜ਼ਦ ਕੀਤੇ ਹਨ, ਨਾ ਕਿ ਅਕਾਲੀ ਸੂਰਮਿਆਂ ਦੇ। ਸਿੱਖ ਪੰਥ ਤੇ ਕੋਈ ਦੋਸ਼ ਆਇਤ ਨਹੀਂ ਹੁੰਦਾ। ਲੇਖਕ 11ਵਾਂ ਡਾਕਟਰ ਅੰਬੇਡਕਰ ਬੜਾ ਨੀਤਗਿਆ ਤੇ ਮਰਮਗਿਆ ਵਿਦਵਾਨ ਸੀ। ਉਹ ਸਮਝ ਗਿਆ ਸੀ ਕਿ 20ਵੀਂ ਸਦੀ ਦੇ ਮੱਧ ਵਿੱਚ ਅੰਗਰੇਜ਼ਾਂ ਦੇ ਹਿੰਦੁਸਤਾਨ ਵਿੱਚੋਂ ਨਿਕਲ ਜਾਣ ਕਾਰਨ ਸਿੱਖ ਮੱਤ ਦੇ ਸਿਧਾਂਤ ਅਤੇ ਤਾਰੀਖੀ ਵਿਕਾਸ ਹੀ ਅਛੂਤਾਂ ਨੂੰ ਨਾ ਕੇਵਲ ਦਲਿਤ ਅਵਸਥਾ ਵਿੱਚੋਂ ਕੱਢ ਸਕਦੇ ਹਨ, ਸਗੋਂ ਅਛੂਤਾਂ ਦੀ ਸਰਦਾਰੀ ਤੇ ਬਾਲਾਦਸਤੀ ਸਾਰੇ ਹਿੰਦੁਸਤਾਨ ਵਿੱਚ ਆਉਣ ਵਾਲੀਆਂ ਸਦੀਆਂ ਲਈ ਸਥਾਪਿਤ ਕਰ ਸਕਦੇ ਹਨ। ਪਰ ਇਸ ਲਈ ਜ਼ਰੂਰੀ ਹੈ ਕਿ ਸਿੱਖ ਪੰਥ ਦੀ ਲੀਡਰੀ ਕਿਸੇ ਦੂਰਦਰਸ਼ੀ ਉੱਚ ਬੁੱਧੀ ਮਨੁੱਖ ਦੇ ਹੱਥਾਂ ਵਿੱਚ ਹੋਵੇ। ਅਜਿਹਾ ਪੰਥਕ ਸ਼੍ਰੋਮਣੀ ਲੀਡਰ ਉਹ ਆਪ ਬਣਨ ਦੇ ਸੁਪਨੇ ਯੋਗ ਤੌਰ ਤੇ ਹੀ ਲੈ ਰਿਹਾ ਸੀ। ਕਪੂਰ ਸਿੰਘ ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਬਹੁਤ ਉੱਚ ਕੋਟੀ ਦੀ ਵਿੱਦਿਆ ਪ੍ਰਾਪਤ ਵਿਦਵਾਨ ਸਨ। ਉਹਨਾਂ ਦਾ ਸਿੱਖੀਜ਼ਮ ਧਾਰਨ ਕਰਨ ਦਾ ਕਾਰਨ ਤੇ ਉਹਨਾਂ ਦੀਆਂ ਲਿਖਤਾਂ 'ਚ ਸ਼ਾਮਲ ਭਾਸ਼ਣਾਂ 'ਚੋਂ ਪਤਾ ਲੱਗਦਾ ਹੈ। ਸਰਦਾਰ ਕਪੂਰ ਸਿੰਘ ਨੇ ਜੋ ਉਹਨਾਂ ਦੀ ਸਿਫਤ ਕੀਤੀ ਹੈ ਸਹੀ ਹੈ, ਪਰੰਤੂ ਸਿੱਖ ਪੰਥ ਦੇ ਸ਼੍ਰੋਮਣੀ ਲੀਡਰ ਉਹ ਆਪ ਬਣਨ ਦੇ ਸੁਪਨੇ ਨਹੀਂ ਸਨ ਲੈ ਰਹੇ, ਭਾਵੇਂ ਉਹ ਯੋਗ ਸਨ। ਜੇਕਰ ਡਾਕਟਰ ਅੰਬੇਡਕਰ ਸਿੱਖੀਜ਼ਮ ਅਪਣਾ ਲੈਂਦੇ ਤਾਂ ਸਿੱਖ ਪੰਥ ਨੂੰ ਬਹੁਤ ਉੱਚੀਆਂ ਬੁਲੰਦੀਆਂ ਵੱਲ ਲੈ ਜਾ ਵੀ ਸਕਦੇ ਸਨ। ਜਿੱਥੇ ਪੰਥ ਦੀ ਬਾਲਾਦਸਤੀ ਹੋਰ ਪੱਕੀ ਹੋਣੀ ਸੀ, ਉਸ ਨਾਲ ਸਾਰੇ ਸਿੱਖਾਂ ਦੀ, ਜਿਸ ਵਿੱਚ ਦੱਬੀਆਂ ਕੁਚਲੀਆਂ ਜਾਤਾਂ ਤੋਂ ਬਣੇ ਸਿੱਖ ਵੀ ਸ਼ਾਮਲ ਹੋਣੇ ਹੀ ਸਨ। ਪਰ ਅਫਸੋਸ ਕਿ ਇੱਕ ਅਛੂਤ ਗੱਦਾਰ ਰਾਓ ਬਹਾਦਰ MC ਰਾਜਾ ਦੁਆਰਾ ਗੱਦਾਰੀ ਕਰਨ ਕਰਕੇ ਐਸਾ ਨਾ ਹੋ ਸਕਿਆ। ਇਸ ਦੇ ਜ਼ਿੰਮੇਵਾਰ ਸਿੱਖ ਕਮੇਟੀਆਂ ਨਹੀਂ ਹਨ। ਲੇਖਕ 12ਵਾਂ ਜੇਕਰ 7 ਕਰੋੜ ਅਛੂਤ ਸਿੰਘ ਸੱਜ ਜਾਂਦੇ, ਜੋ ਕਿ ਡਾਕਟਰ ਖੁੱਲਮ ਖੁੱਲਾ ਚਾਹੁੰਦਾ ਸੀ, ਤਦ ਸੰਨ 1947 ਵਿੱਚ ਵਾਇਸਰਾਏ ਦੀ ਕੌਂਸਲ ਵਿੱਚ ਸਿੱਖ ਨੁਮਾਇੰਦਾ ਡਾਕਟਰ ਅੰਬੇਡਕਰ ਨੇ ਹੀ ਬਣਨਾ ਸੀ ਅਤੇ ਸਿੱਖਾਂ ਨੂੰ ਹਿੰਦੁਸਤਾਨ ਦੀ ਪ੍ਰਭੂ ਸੱਤਾ ਦਾ ਤੀਜਾ ਵਾਰਸ ਜੋ ਮੰਨਿਆ ਜਾ ਚੁੱਕਾ ਸੀ, ਉਸ ਦਾ ਯੋਗ ਤੇ ਢੁਕਵਾਂ ਲਾਭ ਕੀ ਅਤੇ ਕਿਵੇਂ ਪ੍ਰਾਪਤ ਕਰਨਾ ਹੈ, ਇਹ ਕਾਰਜ ਵੀ ਡਾਕਟਰ ਅੰਬੇਡਕਰ ਦੇ ਹੱਥੀਂ ਹੀ ਹੋਣਾ ਸੀ ਅਤੇ ਡਾਕਟਰ ਅੰਬੇਡਕਰ ਮਿਸਟਰ ਜਿਨਾਹ ਤੇ ਮਹਾਤਮਾ ਗਾਂਧੀ ਦੋਹਾਂ ਨਾਲ ਕਿਵੇਂ ਘੱਟ ਨੀਤੀਵਾਨ, ਚਤੁਰ ਤੇ ਬੁੱਧੀਵਾਨ ਨਹੀਂ ਸੀ। ਕਪੂਰ ਸਿੰਘ ਹਿੰਦੁਸਤਾਨ ਭਾਰਤ ਦੀ ਵੰਡ 1947 ਵਿੱਚ ਦੋ ਹਿੱਸਿਆਂ, ਇੱਕ ਹਿੰਦੁਸਤਾਨ ਅਤੇ ਦੂਸਰਾ ਪੱਛਮੀ ਪਾਕਿਸਤਾਨ ਤੇ ਪੂਰਬੀ ਪਾਕਿਸਤਾਨ 'ਚ ਹੋਈ, ਜਦ ਕਿ ਅੰਗਰੇਜ਼ ਸਰਕਾਰ ਤਿੰਨ ਤਰ੍ਹਾਂ ਮੁਸਲਿਮ, ਸਿੱਖ ਹੋਰ ਨੂੰ ਪ੍ਰਭੂ ਸੱਤਾ ਦਾ ਵਾਰਸ ਮੰਨ ਚੁੱਕੇ ਸਨ। ਰਾਓ ਬਹਾਦਰ MC ਰਾਜਾ ਦੀ ਗੱਦਾਰੀ ਕਾਰਨ ਡਾਕਟਰ ਅੰਬੇਡਕਰ ਅਛੂਤ ਭਾਈਚਾਰੇ ਸਮੇਤ ਸਿੱਖੀਜ਼ਮ ਨਾ ਅਪਣਾ ਸਕੇ ਤੇ ਜੋ ਸਰਦਾਰ ਕਪੂਰ ਸਿੰਘ ਨੇ ਇਸ ਪੈਰੇ 'ਚ ਲਿਖਿਆ ਹੈ ਨਾ ਹੋ ਸਕਿਆ।
ਬਾਅਦ ਵਿੱਚ ਵੰਡ ਵੇਲੇ ਜੇਕਰ ਸਿੱਖਾਂ ਦਾ ਕੁਝ ਨਹੀਂ ਬਣ ਸਕਿਆ, ਉਹ ਹਿੰਦੂ ਲੀਡਰਾਂ ਦੀਆਂ ਸਾਜ਼ਿਸ਼ਾਂ ਸਨ, ਜਿਸ ਦੀ ਜ਼ਿੰਮੇਵਾਰੀ ਪਹਿਲੋਂ ਰਾਓ ਬਹਾਦਰ MC ਰਾਜਾ ਤੇ ਆਉਂਦੀ ਹੈ, ਜਿਸ ਨੇ ਡਾਕਟਰ ਅੰਬੇਡਕਰ ਤੇ ਸਿੱਖਾਂ ਨਾਲ ਦਗਾ ਕੀਤਾ। ਲੇਖਕ। 13ਵਾਂ ਪਰ 7 ਕਰੋੜ ਗੈਰ ਪੰਜਾਬੀ ਅਛੂਤ ਸਿੰਘ ਸੱਜਣ ਨਾਲ ਆਲ ਇੰਡੀਆ ਗੁਰਦੁਆਰਾ ਐਕਟ ਬਣ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਕਾਲੀ ਪਾਰਟੀ ਦੀ ਸਰਦਾਰੀ ਤੇ ਅਜ਼ਾਰਾਦਾਰੀ ਹਮੇਸ਼ਾ ਲਈ ਖਤਮ ਹੁੰਦੀ ਸੀ ਅਤੇ ਸਰਦਾਰ ਬਲਦੇਵ ਸਿੰਘ ਦੀ ਸੈਂਟਰਲ ਗਵਰਨਮੈਂਟ ਵਿੱਚ ਸਿੱਖ ਪੰਥ ਦੀ ਨੁਮਾਇੰਦਗੀ ਦਾ ਵੀ ਭੋਗ ਪੈਂਦਾ ਸੀ। ਇਸ ਸੰਕਟ ਅਤੇ ਆਪਾਤਕਾਲ ਨੂੰ ਜਦੋਂ ਅਕਾਲੀ ਪਾਰਟੀ ਨੇ ਸਮਝ ਲਿਆ, ਤਦ ਦੀਰਘ ਵਿਚਾਰ ਪਿੱਛੋਂ ਸਰਬਸੰਮਤੀ ਨਾਲ ਫੈਸਲਾ ਇਹੋ ਹੋਇਆ ਕਿ ਡਾਕਟਰ ਅੰਬੇਡਕਰ ਅਤੇ ਉਸ ਦੇ ਸ਼ਰਧਾਲੂ ਅਛੂਤਾਂ ਨੂੰ ਹਮੇਸ਼ਾ ਲਈ ਸਿੱਖ ਪੰਥ ਵਿੱਚ ਆਉਣ ਤੋਂ ਰੋਕ ਦਿੱਤਾ ਜਾਵੇ। ਕਪੂਰ ਸਿੰਘ। ਡਾਕਟਰ ਅੰਬੇਡਕਰ ਨੇਕ ਨੀਅਤ ਤੇ ਪਵਿੱਤਰ ਇਨਸਾਨ ਸਨ। ਉਹਨਾਂ ਦਾ ਉਦੇਸ਼ ਪੰਥ ਨੂੰ ਚੜ੍ਹਦੀ ਕਲਾ ਵੱਲ ਲਿਜਾਣ ਦਾ ਹੋਣਾ ਸੀ ਤੇ ਸਿੱਖ ਹਿਤੈਸ਼ੀ ਹੋਣ ਕਾਰਨ ਕਿਸੇ ਦੀ ਸਰਦਾਰੀ ਜਾਂ ਅਜ਼ਾਰੇਦਾਰੀ ਖੁਸਦੀ ਨੂੰ ਰੱਖਣ ਦਾ ਕੋਈ ਅਰਥ ਬਣਦਾ ਵੀ ਨਹੀਂ। ਸਿੱਖਾਂ ਦੀਆਂ ਦੋਵੇਂ ਕਮੇਟੀਆਂ ਤੇ ਅਕਾਲੀ ਲੀਡਰਾਂ ਨੇ ਡਾਕਟਰ ਅੰਬੇਡਕਰ ਜੀ ਦਾ ਵੱਧ ਤੋਂ ਵੱਧ ਸਨਮਾਨ ਵਿਸਾਖੀ 13 ਅਪ੍ਰੈਲ 1936 ਨੂੰ ਕੀਤਾ ਸੀ। ਕਪੂਰ ਸਿੰਘ ਦਾ ਵਿਚਾਰ ਸਹੀ ਨਹੀਂ ਜਦ ਜ਼ਿੰਮੇਵਾਰੀ ਹੀ ਇੱਕ ਅਛੂਤ ਅਤੇ ਹਿੰਦੂਆਂ ਦੇ ਲੀਡਰ ਤੇ ਆਇਤ ਹੁੰਦੀ ਹੈ। ਲੇਖਕ। 14ਵਾਂ ਇਸ ਮੌਕੇ ਉੱਤੇ ਪੰਥ ਦੇ ਦਿਮਾਗ ਗਿਆਨੀ ਕਰਤਾਰ ਸਿੰਘ ਨੇ ਸੁਝਾਅ ਦਿੱਤਾ ਕਿ ਇਹਨਾਂ ਪੜ੍ਹਿਆਂ ਲਿਖਿਆਂ ਨੂੰ ਸੂਤ ਕਰਨਾ ਕੀ ਔਖਾ ਹੈ, ਇਹ ਸੁਸਰੇ ਤੋਂ ਇੱਕ ਬਾਰ ਕੀ ਮਾਰ ਹੈ। ਸਰਦਾਰ ਕਪੂਰ ਸਿੰਘ। ਕਰਤਾਰ ਸਿੰਘ ਨੇ ਸੁਝਾਅ ਕਦੋਂ ਦਿੱਤਾ ਦੇ ਬਾਰੇ ਕੋਈ ਤਾਰੀਖ ਜਾਂ ਕੋਈ ਸਬੂਤ ਨਹੀਂ ਦਿੰਦੇ। ਡਾਕਟਰ ਅੰਬੇਡਕਰ ਜੀ ਦੇ ਆਪਣੇ ਹੱਥ ਦੀ ਲਿਖਤ ਮੌਜੂਦ ਹੋਣ ਕਾਰਨ ਕਪੂਰ ਸਿੰਘ ਦੇ ਲਿਖੇ ਨੂੰ ਕਿਸ ਤਰ੍ਹਾਂ ਮੰਨਿਆ ਜਾ ਸਕਦਾ ਹੈ। ਲੇਖਕ। 15ਵਾਂ ਇਸ ਪਿਛੋਕੜ ਵਿੱਚ ਮਾਸਟਰ ਸੁਜਾਨ ਸਿੰਘ ਸਰਹਾਲੀ ਨੂੰ ਹਿਦਾਇਤਾਂ ਦੇ ਕੇ ਬੰਬਈ ਡਾਕਟਰ ਅੰਬੇਡਕਰ ਨੂੰ ਮਿਲਣ ਭੇਜਿਆ ਗਿਆ, ਜਿਸ ਨੇ ਡਾਕਟਰ ਅੰਬੇਡਕਰ ਨੂੰ ਸਪਸ਼ਟ ਕਹਿ ਦਿੱਤਾ ਕਿ ਉਹ ਸਫਾਈ ਸੇਵਕਾਂ ਵਿੱਚੋਂ ਹੈ। ਕਪੂਰ ਸਿੰਘ। ਇਸ ਪੁਸਤਕ ਵਿੱਚ ਹੀ ਮਾਸਟਰ ਸੁਜਾਨ ਸਿੰਘ ਦੀ ਗਾਂਧੀ ਨਾਲ ਗੱਲਬਾਤ ਹੋਈ ਦੇਖੀ ਜਾਵੇ। ਗਾਂਧੀ ਜੀ ਨੂੰ ਡਾਕਟਰ ਅੰਬੇਡਕਰ ਦੇ ਅਛੂਤਾਂ ਸਮੇਤ ਸਿੱਖੀਜ਼ਮ 'ਚ ਸ਼ਾਮਲ ਹੋਣ ਦੇ ਵਿਚਾਰ ਦੀ ਬਹੁਤੀ ਤਕਲੀਫ ਸੀ। ਮਾਸਟਰ ਸੁਜਾਨ ਸਿੰਘ ਨੇ ਗਾਂਧੀ ਜੀ ਨੂੰ ਮੂੰਹ ਉੱਪਰ ਹੀ ਕਹਿ ਦਿੱਤਾ ਸੀ ਕਿ ਮਹਾਤਮਾ ਜੀ ਤੁਸੀਂ ਮੱਕਾਰ ਵਿਅਕਤੀ ਹੋ। ਤਾਂ ਫਿਰ ਇਹੀ ਸੁਜਾਨ ਸਿੰਘ ਨੇ ਬੰਬਈ ਜਾ ਕੇ ਡਾਕਟਰ ਅੰਬੇਡਕਰ ਜੀ ਨੂੰ ਐਸੇ ਲਫ਼ਜ਼ ਕਦੋਂ ਬੋਲੇ ਕਿ ਉਹ ਸਫਾਈ ਸੇਵਕ ਹੈ, ਕਿਵੇਂ ਹੋ ਸਕਦਾ ਹੈ। ਲੇਖਕ। 16ਵਾਂ ਅਤੇ ਫਿਰ ਅਲਟੀਮੇਟਮ ਦਿੱਤਾ ਕਿ ਜਾਂ ਤਾਂ 24 ਘੰਟੇ ਵਿੱਚ ਅੰਮ੍ਰਿਤ ਛਕ ਕੇ ਸਿੰਘ ਸੱਜ ਜਾ, ਨਹੀਂ ਤਾਂ ਪੰਥ ਤੇਰੀ ਐਸੀ ਤੈਸੀ ਕਰੇਗਾ। ਸਰਦਾਰ ਕਪੂਰ ਸਿੰਘ। ਜੇਕਰ ਇੱਕ ਬਹੁਤ ਵੱਡੀ ਹਸਤੀ ਨੂੰ ਸਫਾਈ ਸੇਵਕ ਆਖਿਆ ਤਾਂ ਫਿਰ ਉਹਨਾਂ ਨੂੰ 24 ਘੰਟੇ ਵਿੱਚ ਅੰਮ੍ਰਿਤ ਛਕ ਕੇ ਸਿੰਘ ਸਜਣ ਦਾ ਕਿਵੇਂ ਕਿਹਾ ਜਾ ਸਕਦਾ ਹੈ, ਜਦ ਉਹਨਾਂ ਨੂੰ ਪੰਥ ਵਿੱਚ ਸ਼ਾਮਲ ਨਹੀਂ ਸੀ ਕਰਨਾ। ਗੁਰੂ ਸਾਹਿਬਾਨ ਵੱਲੋਂ ਤੇ ਅੱਜ ਵੀ ਨੀਚ ਜਾਤੀਆਂ ਲਈ ਸਿੰਘ ਸਜਣ ਅੰਮ੍ਰਿਤ ਛਕਣ ਦੀ ਕੋਈ ਮਨਾਹੀ ਨਹੀਂ ਹੈ। ਸਰਦਾਰ ਕਪੂਰ ਸਿੰਘ ਨੇ ਇੰਦਰਾ ਸਿੰਘ ਕਰਵਾਲ ਦੇ ਮੂੰਹੋਂ ਸੁਣੇ ਸ਼ਬਦ ਹੀ ਲਿਖੇ ਹਨ। ਇਹ ਕਹਾਣੀ ਮਨ ਘੜੰਤ ਹੈ। ਲੇਖਕ। 17ਵਾਂ ਉਪਰੋਕਤ ਇਹ ਸ਼ੁੱਧ ਅਕਾਲੀ ਬੋਲ ਸੁਣ ਕੇ ਡਾਕਟਰ ਅੰਬੇਡਕਰ ਨੇ ਉਹ ਫੈਸਲਾ ਕੀਤਾ ਜੋ ਕੋਈ ਵੀ ਪੜ੍ਹਿਆ ਲਿਖਿਆ ਕਰਦਾ। ਸਰਦਾਰ ਕਪੂਰ ਸਿੰਘ। ਸਰਦਾਰ ਕਪੂਰ ਸਿੰਘ ਨੇ ਸੁਣੀਆਂ ਸੁਣਾਈਆਂ ਗੱਲਾਂ 'ਚੋਂ ਆਪ ਮੁਹਾਰੇ ਨਤੀਜੇ ਕੱਢ ਕੇ ਐਸਾ ਵੀ ਲਿਖਿਆ ਹੈ ਜੋ ਮੰਨਿਆ ਨਹੀਂ ਜਾ ਸਕਦਾ। ਜਦੋਂ ਡਾਕਟਰ ਅੰਬੇਡਕਰ ਜੀ ਤੇ ਡਾਕਟਰ ਮੂੰਜੇ ਦੁਆਰਾ ਤਿਆਰ ਕੀਤਾ ਫਾਰਮੂਲਾ ਤੇ ਐਲਾਨਨਾਮਾ ਉਹਨਾਂ ਦੀ ਆਪਣੀ ਲਿਖਤ ਮੌਜੂਦ ਹੈ। ਡਾਕਟਰ ਸਾਹਿਬ ਨੇ ਸਿੱਖੀਜ਼ਮ ਨਾ ਅਪਣਾਉਣ ਦਾ ਫੈਸਲਾ ਇਸ ਗੁਪਤ ਐਲਾਨ ਫਾਰਮੂਲੇ ਦੇ ਅਖਬਾਰਾਂ 'ਚ ਜੋ MC ਰਾਜਾ ਨੇ ਛਾਇਆ ਕਰਵਾਇਆ ਦੇ ਕਾਰਨ ਲਿਆ, ਨਾ ਕਿ ਅਕਾਲੀਆਂ ਦੇ ਸ਼ੁੱਧ ਬੋਲਾਂ ਕਾਰਨ ਲਿਆ। ਲੇਖਕ। 18ਵਾਂ ਉਸਨੇ ਮਾਸਟਰ ਸੁਜਾਨ ਸਿੰਘ ਜੀ ਰਾਹੀਂ ਅਕਾਲੀ ਪਾਰਟੀ ਨੂੰ ਨਿਸ਼ਚਾ ਦਵਾ ਦਿੱਤਾ ਕਿ ਨਾ ਉਸਦਾ ਅਤੇ ਨਾ ਹੀ ਉਸਦੇ ਕਿਸੇ ਸ਼ਰਧਾਲੂ ਦਾ ਸਿੱਖੀ ਜਾਂ ਸਿੱਖਾਂ ਦੇ ਨੇੜੇ ਆਉਣ ਦਾ ਵਿਚਾਰ ਹੈ। ਕਪੂਰ ਸਿੰਘ। ਇਸ ਪੁਸਤਕ ਵਿੱਚ 23 ਮਈ 1937 ਨੂੰ ਜੋ ਸਿੱਖਾਂ ਦਾ ਵਫਦ ਬੰਬਈ ਜਾ ਕੇ ਡਾਕਟਰ ਅੰਬੇਡਕਰ ਜੀ ਨੂੰ ਮਿਲਿਆ, ਜਿਸ ਦਾ ਮੁਖੀ ਸਰਦਾਰ ਨਰੈਣ ਸਿੰਘ ਸੀ, ਦੋਹਾਂ ਧਿਰਾਂ ਦਰਮਿਆਨ ਹੋਈ ਗੱਲਬਾਤ ਦੇਖੀ ਜਾਵੇ। ਡਾਕਟਰ ਅੰਬੇਡਕਰ ਜੀ ਨੇ ਸਿੱਖਾਂ ਦੇ ਵਫਦ ਨੂੰ ਕਹਿ ਦਿੱਤਾ ਕਿ ਹਿੰਦੂ ਆਗੂਆਂ ਨੇ ਮੇਰੇ ਨਾਲੋਂ ਮੇਰੇ ਸਾਰੇ ਸਹਿਯੋਗੀਆਂ ਨੂੰ ਤੋੜ ਲਿਆ ਹੈ ਤੇ ਉਹ ਇਕੱਲੇ ਰਹਿ ਗਿਆ ਹੈ ਤੇ ਹੁਣ ਉਹ ਸਿੱਖੀਜ਼ਮ 'ਚ ਸ਼ਾਮਲ ਹੋਣ ਬਾਰੇ ਕੁਝ ਨਹੀਂ ਕਹਿ ਸਕਦਾ। ਡਾਕਟਰ ਅੰਬੇਡਕਰ ਸਾਹਿਬ ਜੀ ਦੀ ਮਜਬੂਰੀ MC ਰਾਜਾ ਅਤੇ ਡਾਕਟਰ ਮੂੰਜੇ ਦੇ ਵਿਸ਼ਵਾਸਘਾਤ ਕਾਰਨ ਪੈਦਾ ਹੋਈ ਸੀ। ਸਰਦਾਰ ਕਪੂਰ ਸਿੰਘ ਦਾ ਮਤ ਇਸ ਕਰਕੇ ਸਹੀ ਨਹੀਂ ਹੈ। ਲੇਖਕ। 19ਵਾਂ ਇਉਂ ਪੰਥ ਦੀ ਲੀਡਰੀ ਅਤੇ ਸਰਦਾਰ ਬਲਦੇਵ ਸਿੰਘ ਜੀ ਦੀ ਚੌਧਰ ਦੀ ਰੱਖਿਆ ਹੋਈ। ਕਪੂਰ ਸਿੰਘ। ਪੰਥ ਦੀ ਲੀਡਰੀ ਅਤੇ ਚੌਧਰ ਦੀ ਰੱਖਿਆ ਦਾ ਇਸ ਘਟਨਾਕ੍ਰਮ ਦਾ ਮਸਲਾ ਨਹੀਂ ਸੀ।
ਜੋ 1935 ਈਸਵੀ ਤੋਂ ਕਈ ਸਾਲ ਪਹਿਲਾਂ ਜਾਂ 1937 ਤੋਂ ਕਈ ਸਾਲ ਬਾਅਦ ਵਾਪਰਿਆ ਸੀ। ਧਰਮ ਬਦਲੀ ਨਾਲ ਉਸ ਦਾ ਕੋਈ ਤਾਲੁਕ ਨਹੀਂ। ਲੇਖਕ। 20ਵਾਂ ਸਪਤਾਹਕ ਪੰਜਾਬੀ ਸਮਾਚਾਰ ਬੰਬਈ ਦੇ 13 ਅਗਸਤ ਸਨ 1976 ਦੇ ਸਫਾ 17-18 ਉੱਤੇ ਸਰਦਾਰ ਨਰੈਣ ਸਿੰਘ, ਸਕੱਤਰ ਗੁਰੂ ਨਾਨਕ ਮਿਸ਼ਨ ਪਟਿਆਲਾ ਅਤੇ ਸਾਬਕਾ ਮੈਨੇਜਰ ਗੁਰਦੁਆਰਾ ਨਨਕਾਣਾ ਸਾਹਿਬ ਦਾ ਇੱਕ ਸਿਲਸਿਲੇਵਾਰ ਲੇਖ ਖਾਲਸਾ ਕਾਲਜ ਬੰਬਈ ਕਿਉਂ ਤੇ ਕਿਵੇਂ ਛਪਿਆ ਹੈ, ਜਿਸ ਵਿੱਚ ਉਹ ਲਿਖਦੇ ਹਨ। ਅਸਲ ਪ੍ਰੇਰਨਾ ਡਾਕਟਰ ਅੰਬੇਡਕਰ ਨੂੰ ਉਸ ਦੀ ਨਿੱਜੀ ਸਿਆਸਤਦੰਦੀ ਸੀ ਕਿ ਭਾਰਤ ਅੰਦਰ ਸਿੱਖਾਂ ਦੀ ਇੱਕ ਛੋਟੀ ਜਿਹੀ ਕੌਮ ਸੀ ਜਿਸ ਵਿੱਚ ਜਜ਼ਬ ਹੋਣ ਦੀ ਬਜਾਏ ਇਸ ਨੂੰ ਉਹ ਆਪਣੇ ਅੰਦਰ ਜਜ਼ਬ ਕਰ ਸਕਦਾ ਸੀ ਅਤੇ ਉਸ ਦਾ ਵਾਹਿਦ ਲੀਡਰ ਬਣ ਸਕਦਾ ਸੀ। ਹਰ ਕੋਈ ਧਰਮ ਨਾਲੋਂ ਤਾਕਤ ਨੂੰ ਪਿਆਰ ਕਰਦਾ ਸੀ ਅਤੇ ਸਾਰੀ ਖੇਡ ਤਾਕਤ ਵਧਾਉਣ ਦੀ ਸੀ। ਕਪੂਰ ਸਿੰਘ। ਸਰਦਾਰ ਨਰੈਣ ਸਿੰਘ 1936 ਈਸਵੀ ਵਿੱਚ ਗੁਰਦੁਆਰਾ ਨਨਕਾਣਾ ਸਾਹਿਬ ਜੀ ਦੇ ਮੈਨੇਜਰ ਸਨ। ਉਹਨਾਂ ਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੋਹਾਂ ਕਮੇਟੀਆਂ ਦੇ ਉਦਮ ਤੇ ਦਿਲਚਸਪੀ ਕਾਰਨ ਹੀ ਹੇਠ ਲਿਖੇ ਕਾਰਜ ਕੀਤੇ ਗਏ। ਪਹਿਲਾ, ਡਾਕਟਰ ਅੰਬੇਡਕਰ ਜੀ ਨੂੰ ਸਿੱਖ ਮਿਸ਼ਨ ਕਾਨਫਰੰਸ ਮਿਤੀ 13 ਅਪ੍ਰੈਲ 1936 ਚ ਭਾਗ ਲੈਣ ਲਈ ਅੰਮ੍ਰਿਤਸਰ ਬੁਲਾਇਆ ਗਿਆ। ਰਾਓ ਬਹਾਦਰ MC ਰਾਜਾ ਦੀ ਗੱਦਾਰੀ ਕਾਰਨ ਡਾਕਟਰ ਅੰਬੇਡਕਰ ਜੀ ਸਿੱਖੀਜ਼ਮ ਨਾ ਅਪਣਾ ਸਕੇ। ਡਾਕਟਰ ਸਾਹਿਬ ਬਹੁਤ ਉੱਚ ਸ਼ਖਸੀਅਤ ਸਨ। ਉਹ ਨਿੱਜੀ ਸਿਆਸਤ, ਨਿੱਜੀ ਸਵਾਰਥ ਤੇ ਤਾਕਤ ਦੀ ਖੇਡ ਵਧਾਉਣ ਲਈ ਸਭ ਕੁਝ ਨਹੀਂ ਕਰ ਰਹੇ ਸਨ, ਜਿਹਾ ਕਿ ਐਸਾ ਲਿਖਣਾ ਸਹੀ ਨਹੀਂ। ਡਾਕਟਰ ਅੰਬੇਡਕਰ ਜੀ ਅਛੂਤਾਂ ਨੂੰ ਉੱਚਾ ਚੁੱਕਣ ਤੇ ਦੇਸ਼ ਦੀ ਸਮੁੱਚੀ ਮਨੁੱਖਤਾ ਲਈ ਹੀ ਸਭ ਕੁਝ ਕਰ ਰਹੇ ਸਨ। ਡਾਕਟਰ ਸਾਹਿਬ ਧਰਮੀ, ਨਿਰਮਲ ਤੇ ਨਿਰਸਵਾਰਥ ਇਨਸਾਨ ਪਹਿਲੋਂ ਸਨ। ਲੇਖਕ। ਦੂਜਾ, ਸ਼੍ਰੀ ਜੰਗ ਬਹਾਦਰ ਸਿੰਘ ਪ੍ਰਤਿਸ਼ਠ ਸਿੱਖ ਹਫ਼ਤਾਵਾਰੀ ਅਖਬਾਰ ਸ਼ੇਰੇ ਪੰਜਾਬ ਦੇ ਐਡੀਟਰ, ਜਿਸ ਅਖਬਾਰ ਨੂੰ ਪਹਿਲਾਂ 15-20 ਵਰ੍ਹੇ ਪ੍ਰਸਿੱਧ ਸਿੱਖ ਵਿਦਵਾਨ ਤੇ ਸਿਆਸਤਦਾਨ ਸਰਦਾਰ ਅਮਰ ਸਿੰਘ ਜੀ ਲਾਹੌਰੋਂ ਕੱਢਦੇ ਰਹੇ ਅਤੇ ਪਾਕਿਸਤਾਨ ਬਣਨ ਪਿੱਛੋਂ ਇਸ ਨੂੰ ਸਰਦਾਰ ਅਮਰ ਸਿੰਘ ਜੀ ਦੇ ਸਪੁੱਤਰ ਜੰਗ ਬਹਾਦਰ ਜੀ ਬਕਾਇਦਾ ਦਿੱਲੀ ਤੋਂ ਕੱਢ ਰਹੇ ਹਨ। ਸ਼ੇਰੇ ਪੰਜਾਬ ਦੇ ਵਿਸ਼ੇਸ਼ ਅੰਕ ਡਾਇਮੰਡ ਜੁਬਲੀ ਨੰਬਰ 1911-1971 ਦੇ ਸਫਾ 99 ਉੱਤੇ ਆਪਣੇ ਪਿਤਾ ਜੀ ਦੀ ਜਾਤੀ ਵਾਕਫੀਅਤ ਉੱਤੇ ਨਿਰਭਰ ਗਵਾਹੀ ਡਾਕਟਰ ਅੰਬੇਡਕਰ ਨੂੰ ਸਿੱਖੀ ਮੰਡਲ ਤੋਂ ਪ੍ਰਾਮ ਕਰਨ ਬਾਬਤ ਦਿੰਦੇ ਹੋਏ ਲਿਖਦੇ ਹਨ। ਸਨ 1936 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਡਾਕਟਰ ਅੰਬੇਡਕਰ ਸਰਬ ਹਿੰਦ ਸਿੱਖ ਮਿਸ਼ਨ ਦੇ ਜਲਸੇ ਵਿੱਚ ਸ਼੍ਰੀ ਅੰਮ੍ਰਿਤਸਰ ਦਸਤਾਰ ਸਜਾ ਕੇ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ ਅਤੇ 7 ਕਰੋੜ ਅਛੂਤਾਂ ਨੂੰ ਸਿੱਖੀ ਵਿੱਚ ਪ੍ਰਵੇਸ਼ ਕਰਵਾਉਣ ਦੇ ਨਿਸ਼ਚੇ ਵਜੋਂ ਆਪਣੇ ਭਤੀਜੇ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ। ਲੇਖਕ। ਕਪੂਰ ਸਿੰਘ। ਡਾਕਟਰ ਅੰਬੇਡਕਰ ਜੀ ਨੇ ਸਿੱਖੀਜ਼ਮ ਅਪਣਾਉਣ ਦਾ ਤਹੀਆ ਕੀਤਾ ਹੋਇਆ ਸੀ। ਉਹਨਾਂ ਦੀਆਂ ਲਿਖਤਾਂ ਵੀ ਇਸ ਗੱਲ ਦੀ ਗਵਾਹੀ ਭਰਦੀਆਂ ਹਨ। ਤਾਂ ਹੀ ਉਹ ਦਸਤਾਰ ਸਜਾ ਕੇ ਆਪਣੇ ਸਾਥੀਆਂ ਸਮੇਤ ਅੰਮ੍ਰਿਤਸਰ 12-13 ਅਪ੍ਰੈਲ 1936 ਨੂੰ ਕਾਨਫਰੰਸ ਵਿੱਚ ਭਾਗ ਲੈਣ ਲਈ ਪਹੁੰਚੇ ਸਨ। ਉਹਨਾਂ ਦੇ ਭਤੀਜੇ ਦੇ ਅੰਮ੍ਰਿਤ ਛਕ ਸਿੰਘ ਸਜਣਾ ਸਿੱਖੀਜ਼ਮ 'ਚ ਪ੍ਰਵੇਸ਼ ਕਰਨ ਵੱਲ ਇੱਕ ਵਧੀਆ ਕਦਮ ਸੀ, ਪਰੰਤੂ ਰਾਓ ਬਹਾਦਰ MC ਰਾਜਾ ਅਛੂਤ ਨੇ ਗੱਦਾਰੀ ਕਰਕੇ ਗਾਂਧੀ ਭਗਤ ਹੋਣ ਦਾ ਸਬੂਤ ਦੇ ਹਿੰਦੂਵਾਦ ਲਈ ਚੰਗਾ ਕੀਤਾ ਹੋ ਸਕਦਾ ਹੈ, ਪਰ ਇਹ ਡਾਕਟਰ ਅੰਬੇਡਕਰ ਤੇ 6 ਕਰੋੜ ਅਛੂਤਾਂ ਤੇ ਸਿੱਖ ਪੰਥ ਨਾਲ ਬਹੁਤ ਵੱਡਾ ਦਗਾ ਸੀ। ਲੇਖਕ। 22ਵਾਂ, ਸਰਦਾਰ ਅਮਰ ਸਿੰਘ ਸਾਹਿਬ ਨੇ ਆਪਣੇ ਜੀਵਨ ਵਿੱਚ ਹੀ ਸਿੱਖਾਂ ਦੀ ਗਿਣਤੀ 7 ਕਰੋੜ ਤੱਕ ਵੱਧ ਜਾਣ ਉੱਤੇ ਜਿਸ ਪ੍ਰਸੰਨਤਾ ਦਾ ਪ੍ਰਗਟਾਵਾ ਕੀਤਾ, ਉਹ ਉਹਨਾਂ ਦੀਆਂ ਉਸ ਸਮੇਂ ਦੀਆਂ ਲਿਖਤਾਂ ਵਿੱਚ ਸਪਸ਼ਟ ਹੈ। ਕਪੂਰ ਸਿੰਘ। ਸਰਦਾਰ ਅਮਰ ਸਿੰਘ ਜੀ ਦੀ ਖੁਸ਼ੀ ਜਾਇਜ਼ ਸੀ, ਪਰੰਤੂ ਇੱਕ ਅਛੂਤ ਰਾਓ ਬਹਾਦਰ MC ਰਾਜਾ ਮਦਰਾਸ ਇੱਕ ਪੱਕੇ ਗਾਂਧੀ ਭਗਤ ਦੀ ਗੱਦਾਰੀ ਜਿਸ ਨੂੰ ਵੱਡੇ ਵੱਡੇ ਦਲਿਤ ਵਿਦਵਾਨਾਂ ਨੇ ਲੁਕੋਈ ਰੱਖਿਆ ਹੈ ਜਾਂ ਉਹ ਸਮਝ ਨਹੀਂ ਸਕੇ, ਇਹ ਗਲਤ ਸੀ ਤੇ ਅੱਜ ਵੀ ਗਲਤ ਹੈ। ਲੇਖਕ। 23ਵਾਂ, ਪਰ ਮਾਸਟਰ ਤਾਰਾ ਸਿੰਘ ਨੇ ਛੇਤੀ ਹੀ ਅਜਿਹੀ ਪਾਲਿਸੀ ਬਣਾ ਲਈ ਜਿਸ ਨਾਲ ਡਾਕਟਰ ਅੰਬੇਡਕਰ ਅਤੇ ਉਸ ਦੇ ਅਛੂਤ ਸਾਥੀ ਸਿੱਖੀ ਅਤੇ ਸਿੱਖਾਂ ਦੇ ਨੇੜੇ ਨਾ ਆ ਸਕਣ। ਪੰਥ ਦੇ ਮੰਦਭਾਗ ਕਿ ਮਾਸਟਰ ਤਾਰਾ ਸਿੰਘ ਨੂੰ ਇਹ ਡਰ ਪੈ ਗਿਆ ਕਿ ਜੇ ਅੰਬੇਡਕਰ ਅਤੇ ਉਸਦੇ ਪੈਰੋਕਾਰ ਅਛੂਤ ਸਿੰਘ ਸੱਜ ਗਏ ਤਾਂ ਪੰਥ ਦੇ ਵਾਹਿਦ ਲੀਡਰ ਡਾਕਟਰ ਅੰਬੇਡਕਰ ਬਣ ਜਾਣਗੇ ਅਤੇ ਮਾਸਟਰ ਤਾਰਾ ਸਿੰਘ ਦਾ ਤੇਜ਼ ਢਿੱਲਾ ਪੈ ਜਾਏਗਾ। ਕਪੂਰ ਸਿੰਘ। ਮਾਸਟਰ ਤਾਰਾ ਸਿੰਘ ਜੀ ਵੀ ਸਿੱਖਾਂ ਦੀਆਂ ਦੋਹਾਂ ਕਮੇਟੀਆਂ ਜਿਨ੍ਹਾਂ ਦਾ ਜ਼ਿਕਰ ਪਿੱਛੇ ਕਰ ਆਏ ਹਾਂ ਦੇ ਨਾਲ ਹੀ ਇੱਕ ਅੰਮ੍ਰਿਤਸਰ ਕਮੇਟੀ ਦੇ ਅਹੁਦੇਦਾਰ ਸਨ, ਜਿਨ੍ਹਾਂ ਦੇ ਹੁੰਦਿਆਂ ਹੀ ਸਿੱਖ ਪੰਥ ਵੱਲੋਂ ਪਿੱਛੇ ਦੱਸੇ ਉਪਰਾਲੇ ਕੀਤੇ ਗਏ। ਅਛੂਤ MC ਰਾਓ ਬਹਾਦਰ ਦੀ ਗੱਦਾਰੀ ਜੋ ਉਹਨਾਂ ਡਾਕਟਰ ਅੰਬੇਡਕਰ ਜੀ ਤੇ ਪੰਥ ਨਾਲ ਕੀਤੀ ਦਾ ਸਹੀ ਤਰ੍ਹਾਂ ਨਾਲ ਗਿਆਨ ਸਰਦਾਰ ਕਪੂਰ ਸਿੰਘ ਨੂੰ ਨਾ ਹੋਣ ਕਾਰਨ ਮਾਸਟਰ ਤਾਰਾ ਸਿੰਘ ਤੇ ਇਲਜ਼ਾਮ ਲਗਾਉਣੇ ਕਿ ਡਾਕਟਰ ਸਾਹਿਬ ਤੇ ਉਸ ਦੇ ਅਛੂਤ ਸਾਥੀ ਸਿੱਖੀ ਦੇ ਨੇੜੇ ਨਾ ਆ ਸਕਣ ਕੋਈ ਅਰਥ ਨਹੀਂ ਰੱਖਦੇ। ਲੇਖਕ। 24ਵਾਂ,
सरदार अमर सिंह जी ने उस समय शेरे पंजाब विच लिखिया कि जिस गुरु गोबिंद सिंह जी ने अपने सारे परिवार नूं खालसे उत्तों निछावर कर दिता, उस पंथ दे वाधे लई ताकत ते दौलत तां चीज़ ही की है, सारे अपने सरबंस भी कुर्बान कर देने चाहिए हन। कपूर सिंह। सरदार अमर सिंह जी की भावना सही सी ते उहदी कदर करनी बनती है, तां ही सिख संस्थावां ने लखां रुपए बॉम्बे दादर च प्रिंटिंग प्रैस ते कालेज उसारी ते खर्च किए सन। लेखक। 25वां फरवरी 17 ईस्वी विच बॉम्बे की लैजिसलेटिव असैंबली दीआं चोणां होणीआं सन। डॉक्टर अंबेडकर ने सिखां नूं अपना धर्म भाई समझ के मास्टर तारा सिंह नूं सुनेहा पहुंचाया कि वह डॉक्टर अंबेडकर की पार्टी नूं कामयाब करवा के बंबई सूबे के चीफ मिनिस्टर बन सकते हैं। इसलिए पंजाबों 25,000 रुपए की सहायता पंथ उन्हां दी करे। कपूर सिंह। इत्थे दसे गए चुनाव फरवरी 1937 विच होए सन। राव बहादुर MC राजा द्वारा डॉक्टर साहिब ते पंथ नाल गद्दारी मिति 30/6/1936 तो 8 अगस्त 1936 दरमियान की जा चुकी सी। हो सकता है कि मास्टर तारा सिंह नूं इस दी भनक होवे। डॉक्टर भीम राव अंबेडकर जी ने असैंबली चोणां लई पैसिਆਂ ਦੀ ਮੰਗ ਕੀਤੀ ਹੋਵੇ, जिस ਦਾ डॉक्टर साहिब ਵੱਲੋਂ कोई लिखती सबूत नहीं है। यह हो किवें सकदा है जद डॉक्टर अंबेडकर जी ने सिखिज़म अपनाउण संबंधी तां दिलचस्पी लैनी 14 जनवरी 1937 तक बंद कर दित्ती सी। लेखक। 26वां मास्टर तारा सिंह ने सिੱਖੀ ते पंथ तो दूर करन हित डॉक्टर अंबेडकर नूं दूर करन दा यह सुनहरी मौका प्रतीत होया। मास्टर तारा सिंह जी लाहौर शेरे पंजाब के दफ्तर विच सरदार अमर सिंह जी कोल आके कहण लगे, इस अंबेडकर वाल तक्को, सिखां कोलों रुपये मंगदा है। कपूर सिंह। सरदार कपूर सिंह दे सुन सुना के लिखे कथन नूं सही नहीं मन्निया जा सकदा। दलितां विचों असल गद्दारी राव बहादुर MC राजा दी है, जो मुख जिम्मेवार है। पैसिਆਂ वाली कहानी पिछे कोई होर साजिश हो सकती है जिहड़ी मन घड़ंत होवे। लेखक। 27वां सरदार अमर सिंह जी ने उत्तर दिता, मास्टर जी ਇਹ ਤੁਸੀਂ ਕੀ ਕਹਿ ਰਹੇ ਹੋ? ਜੇਕਰ ਡਾਕਟਰ ਅੰਬੇਡਕਰ ਨੂੰ ਧਨ ਦੀ ਹੀ ਇੱਛਾ ਹੋਵੇ ਤਾਂ ਉਹ ਕਰੋੜਾਂ ਰੁਪਏ ਮੁਸਲਮਾਨਾਂ ਈਸਾਈਆਂ ਕੋਲੋਂ ਲੈ ਸਕਦਾ ਹੈ। ਉਸ ਨੂੰ ਸਿੱਖ ਬਣਨ ਦੀ ਕੀ ਲੋੜ ਹੈ? ਉਹ ਤਾਂ ਸਾਨੂੰ ਆਪਣੇ ਧਰਮ ਭਾਈ ਜਾਣ ਕੇ ਇਹ ਤੁੱਛ ਜਿਹੀ ਰਕਮ ਮੰਗ ਰਿਹਾ ਹੈ। ਉਸ ਦੀ ਨੀਅਤ ਉੱਤੇ ਸ਼ੱਕ ਕਰਨਾ ਸਾਨੂੰ ਸੋਭਦਾ ਨਹੀਂ। ਕਪੂਰ ਸਿੰਘ। डॉक्टर अंबेडकर पैसिਆਂ ਕਾਰਨ नाराज नहीं होए। डॉक्टर साहिब जी ਦੀਆਂ ਲਿਖਤਾਂ 'ਚ ਸਿੱਖਾਂ ਖਿਲਾਫ ਕਿਤੇ ਨਾਰਾਜ਼ਗੀ नहीं है। पैसे मंगण वाली गल तां लेखक LR बाली ਅਤੇ TL ਚਾਹਲ ਦੋਵੇਂ ਵੀ ਮੰਨਣ ਨੂੰ ਤਿਆਰ नहीं सन। श्री बाली दो तरह की बोली बोलता है। लेखक। 28वां मास्टर जी झट पैंतड़ा पलट के बोले, मैनू तां डर सी कि कल नूं तुसीं सरब हिंद सिख मिशन विच मेरी मुखालफत करोगे कि यह रुपया क्यों दिता। हुण जद तुसीं राजी हो तो मैं कल ही रुपये डॉक्टर अंबेडकर नूं भेज दियांगा। कपूर सिंह। मास्टर तारा सिंह दा सरदार अमर सिंह नाल कोई जथेबंदी दे अंदरला विरोध हो सकता है। मास्टर तारा सिंह ने पंथक मामलिਆਂ 'ਚ होर गलतियां कीतियां होणगियां, परंतु अछूतां दे सिख बनन दा उसनूं इतराज़ नहीं सी। उपरोक्त बयान आपा विरोधी है। लेखक। 29वां सरदार अमर सिंह जी ने हथ बन के कहा, देखना किते कॉल ना कर जाना, 25,000 रुपए की थां 50,000 रुपए भेजना। कपूर सिंह। सरदार अमर सिंह ने अपने साफ मन नाल पैसिਆਂ बारे जेकर ऐसा कहा ठीक सी, पर पिछे सीरियल नंबर 25 ते 26 के संबंध च दित्ती टिप्पणी फिर देखी जावे। लेखक। 30 खैर रुपया मास्टर जी ने सरब हिंद सिख मिशन के खाते विचों कढवा लिया ते चैक जां ड्राफ्ट देण दी थां सारा रुपया अपने चमचे मास्टर सुजान सिंह सरहाली नूं दे दिता। अमर सिंह जी नूं कह भेजिया कि रुपया डॉक्टर अंबेडकर कोल चला गया है। कपूर सिंह। मास्टर तारा सिंह ने सरब हिंद सिख मिशन के खाते चों पैसे कढवा लए जो अगे बंबई डॉक्टर अंबेडकर जी नूं नहीं मिले। इस बारे उन्हां दी लिखतां 'च जिक्र तक नहीं। कपूर सिंह ने मूँहों सुनी सुनाई गलबात ही है जो लिखी है। लेखक। 31वां इलैक्शनां तो पिछों पता लगा कि रुपया राह विच ही खुर्द-बुर्द कर लिया गया ते डॉक्टर अंबेडकर कोल एक पाई भी ना पुजन दित्ती गई। सगों डॉक्टर अंबेडकर नूं सिੱਖੀ तो प्राम करन लई उसनूं मेहणे मारे गए कि वह सिੱਖਾਂ कोलों रुपये भोटना चाहुंदा सी। कपूर सिंह।
ਡਾਕਟਰ ਅੰਬੇਡਕਰ ਜੀ ਨੂੰ ਮਿਹਣੇ ਕਿਸਨੇ ਮਾਰੇ ਕਿਸੇ ਦਾ ਕੋਈ ਜ਼ਿਕਰ ਨਹੀਂ ਕੀਤਾ ਹੋਇਆ ਹੈ। ਡਾਕਟਰ ਅੰਬੇਡਕਰ ਜੀ ਤੇ ਸ਼੍ਰੀ ਨਨਕਾਣਾ ਸਾਹਿਬ ਕਮੇਟੀ ਤੇ ਸ਼੍ਰੋਮਣੀ ਕਮੇਟੀ ਦਰਮਿਆਨ ਸੰਬੰਧ ਵਿਗੜਨ ਦਾ ਕਾਰਨ MC ਰਾਜਾ ਦੇ ਡਾਕਟਰ ਅੰਬੇਡਕਰ ਤੇ ਪੰਥ ਨਾਲ ਕੀਤੀ ਗੱਦਾਰੀ ਕਾਰਨ ਐਸਾ ਵਾਪਰਿਆ, ਨਾ ਕਿ ਕਿਸੇ ਸਿੱਖ ਲੀਡਰ ਨੇ ਉਪਰਾਮ ਕੀਤਾ। ਲੇਖਕ 32 ਇਹ ਰੁਪਈਏ ਨਾ ਤਾਂ ਸਰਬ ਹਿੰਦ ਸਿੱਖ ਮਿਸ਼ਨ ਦੇ ਖਾਤੇ ਵਿੱਚ ਵਾਪਸ ਜਮ੍ਹਾਂ ਕਰਵਾਏ ਗਏ ਅਤੇ ਨਾ ਹੀ ਡਾਕਟਰ ਅੰਬੇਡਕਰ ਕੋਲ ਪੁੱਜੇ। ਮਾਸਟਰ ਸੁਜਾਨ ਸਿੰਘ ਸਰਹਾਲੀ ਅਤੇ ਮਾਸਟਰ ਤਾਰਾ ਸਿੰਘ ਜੀ ਦੇ ਹੱਥੀਂ ਗੁਰੂ ਲੇਖੇ ਲੱਗ ਗਏ। ਕਪੂਰ ਸਿੰਘ MC ਰਾਜਾ ਦੀ ਗੱਦਾਰੀ ਨੂੰ ਲੁਕੋਈ ਰੱਖਣਾ ਵੀ ਨਿੰਦਣਯੋਗ ਹੈ, ਪਰ ਡਾਕਟਰ ਅੰਬੇਡਕਰ ਇਹਨਾਂ ਤੁੱਛ ਪੈਸਿਆਂ ਦੀ ਰਕਮ ਕਰਕੇ ਨਾਰਾਜ਼ ਨਹੀਂ ਸਨ ਹੋਏ ਜੋ ਉਹਨਾਂ ਸ਼ਾਇਦ ਕਮੇਟੀ ਅੰਮ੍ਰਿਤਸਰ ਤੋਂ ਮੰਗੇ ਹੋਣ। ਇਸ ਦਾ ਕੋਈ ਸਬੂਤ ਨਹੀਂ ਹੈ ਕਿ ਇਲੈਕਸ਼ਨ ਵਾਸਤੇ ਪੈਸਿਆਂ ਦੀ ਮੰਗ ਕੀਤੀ ਹੋਵੇ। ਇੱਥੇ ਫੇਰ ਧਿਆਨ 'ਚ ਲਿਆਂਦਾ ਜਾਂਦਾ ਹੈ ਕਿ ਡਾਕਟਰ ਅੰਬੇਡਕਰ ਜੀ ਨੇ ਤਕਰੀਬਨ 14 ਜਨਵਰੀ 1937 ਤੱਕ ਸਿੱਖੀਜ਼ਮ 'ਚ ਦਿਲਚਸਪੀ ਲੈਣੀ ਛੱਡ ਦਿੱਤੀ ਸੀ। ਚੋਣਾਂ ਫਰਵਰੀ 1937 'ਚ ਹੋਈਆਂ। ਡਾਕਟਰ ਅੰਬੇਡਕਰ ਜੀ ਦੀ ਆਪਣੀ ਲਿਖਤ ਮੌਜੂਦ ਹੋਣ ਕਾਰਨ ਸਰਦਾਰ ਕਪੂਰ ਸਿੰਘ ਦੀ ਲਿਖਤ ਦੀ ਕੋਈ ਅਹਿਮੀਅਤ ਨਹੀਂ, ਭਾਵੇਂ ਉਹ ਇੱਕ ਵਿਦਵਾਨ ਸੀ ਤੇ ਉਸਨੇ ਹਿੰਦੂਇਜ਼ਮ ਦੇ ਫਿਰਕੂ ਰਾਜਨੀਤਿਕਾਂ ਅਤੇ ਅਫਸਰਾਂ ਦੀਆਂ ਸੱਟਾਂ ਵੀ ਖਾਧੀਆਂ, ਖੱਜਲ ਖੁਆਰ ਵੀ ਹੋਣਾ ਪਿਆ ਅਤੇ ਅਪ੍ਰੈਲ 1949 'ਚ DC ਦੀ ਨੌਕਰੀ ਤੋਂ ਮੁਅੱਤਲ ਕੀਤਾ ਗਿਆ ਸੀ। ਸਰਦਾਰ ਕਪੂਰ ਸਿੰਘ IAS ਦੀ ਪੁਸਤਕ ਸਾਚੀ ਸਾਖੀ ਵਿੱਚ ਫੁੱਟਨੋਟ 'ਚ ਦਰਜ ਡਾਕਟਰ ਅੰਬੇਡਕਰ ਜੀ ਨਾਲ 1935-36 ਦੇ ਘਟਨਾਕ੍ਰਮ ਨਾਲ ਸੰਬੰਧਿਤ ਲਿਖਤ ਬਾਰੇ ਪਾਠਕਾਂ ਦੇ ਧਿਆਨ ਗੋਚਰ ਕਰਨਾ ਜ਼ਰੂਰੀ ਹੈ। ਪਹਿਲਾ, ਸਰਦਾਰ ਇੰਦਰਾ ਸਿੰਘ ਕਰਵਾਲ ਜਾਤ-ਪਾਤ ਤੋੜਕ ਮੰਡਲ ਦਾ ਸਹਾਇਕ ਸਕੱਤਰ ਡਾਕਟਰ ਅੰਬੇਡਕਰ ਜੀ ਦਾ ਵਿਰੋਧੀ ਸੀ। ਦੂਜਾ, ਇਹ ਸ਼ਾਤਰ ਮਨੁੱਖ ਇੰਦਰਾ ਸਿੰਘ ਕਰਵਾਲ ਕੁਝ ਵੀ ਚੰਡੀਗੜ੍ਹ ਬਾਰ ਐਸੋਸੀਏਸ਼ਨ ਰੂਮ ਵਿੱਚ ਬੈਠ ਕੇ 1964 ਵਿੱਚ ਝੂਠ ਵਿਖਿਆਨ ਕੀਤਾ, ਸੱਚ ਨਹੀਂ। ਤੀਜਾ, ਸਰਦਾਰ ਕਪੂਰ ਸਿੰਘ ਨੇ ਇੰਦਰਾ ਸਿੰਘ ਦੁਆਰਾ ਜੋ ਝੂਠ ਬੋਲਿਆ ਉਸ ਨੂੰ ਸਾਚੀ ਸਾਖੀ ਵਿੱਚ ਦਰਜ ਕਰ ਦਿੱਤਾ। ਚੌਥਾ, ਜਾਤ-ਪਾਤ ਤੋੜਕ ਮੰਡਲ ਦੇ ਸਹਾਇਕ ਸਕੱਤਰ ਤੇ ਵਿਸ਼ਵਾਸ ਕਰਨ ਦੀ ਬਜਾਏ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ 'ਚ ਸ਼ਰਧਾ ਰੱਖਦਿਆਂ ਜੋ ਸੱਚ ਮਹਾਰਾਸ਼ਟਰ ਸਰਕਾਰ ਦੇ ਐਜੂਕੇਸ਼ਨ ਵਿਭਾਗ ਦੀਆਂ ਲਿਖਤਾਂ 'ਚ ਦਰਜ ਹੈ ਤੇ ਵਿਸ਼ਵਾਸ ਕੀਤਾ ਜਾਵੇ। ਸਰਦਾਰ ਕਪੂਰ ਸਿੰਘ ਦੀ ਆਪਣੀ ਪੁਸਤਕ ਸਾਚੀ ਸਾਖੀ ਧਰਮ ਪ੍ਰਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੁਆਰਾ ਜਾਰੀ ਜੁਲਾਈ 2014 ਵਿੱਚ ਕੀਤੀ ਗਈ। ਉਪਰੋਕਤ ਲਿਖਤ ਨੂੰ ਸੀਰੀਅਲ ਨੰਬਰ 1 ਤੋਂ 32 ਤੱਕ ਨੰਬਰ ਹਥਲੀ ਪੁਸਤਕ ਦੇ ਲੇਖਕ ਨੇ ਬਗੈਰ ਕਿਸੇ ਹੋਰ ਤਬਦੀਲੀ ਕਰਨ ਤੋਂ ਬਿਨਾਂ ਆਪੇ ਦਿੱਤੇ ਹਨ ਤਾਂ ਕਿ ਆਸਾਨੀ ਨਾਲ ਟਿੱਪਣੀ ਵਜੋਂ ਵਿਚਾਰ ਕੀਤੀ ਜਾਣ ਤੇ ਸਮਝਣ ਨੂੰ ਆਸਾਨ ਰਹੇ। ਹਵਾਲਾ ਪੰਨਾ 120 ਸਾਚੀ ਸਾਖੀ ਧਰਮ ਪ੍ਰਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ। ਲੇਖਕ ਸੋ ਇਸ ਦੇ ਨਾਲ ਹੀ ਕੁੱਲ 203 ਪੰਨੇ ਪੜ੍ਹ ਕੇ ਇਹ ਕਿਤਾਬ ਇੱਥੇ ਹੀ ਸਮਾਪਤ ਹੁੰਦੀ ਹੈ। ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਲਈ ਮੁਆਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।